ਪੱਟੀ ਦੇ ਭਗਤ ਪੂਰਨ ਵਿਨੋਦ ਕੁਮਾਰ ਸ਼ਰਮਾ ਦੀ ਅੰਤਮ ਅਰਦਾਸ 'ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਤੋਂ ਇਲਾਵਾ ਹਜ਼ਾਰਾਂ ਲੋਕਾਂ ਦਾ ਇਕੱਠ ਅੱਖੋਂ ਅੱਥਰੂ ਵਹਾਉਂਦਿਆਂ ਸ਼ਰਧਾਂਜਲੀ ਭੇਂਟ ਕਰ ਰਿਹਾ। ਮੰਚ 'ਤੇ ਬੋਲਦੇ ਬੁਲਾਰਿਆਂ ਵੱਲੋਂ ਚਲਾਈ ਖੂਨਦਾਨ ਕਮੇਟੀ ਮੈਂਬਰਾਂ ਵੱਲੋਂ 72,000 ਖੂਨ ਦੇ ਯੂਨਿਟ ਦਾਨ ਕਰਨ ਅਤੇ ਗਊਸ਼ਾਲਾ ਦੀ ਸੇਵਾ, ਲਾਸ਼ਾਂ ਦੀ ਸੰਭਾਲ ਲਈ ਮਸ਼ੀਨਾਂ, ਗਰੀਬਾਂ ਲਈ ਮੁਫਤ ਖਾਣੇ, ਗਰੀਬ ਬੱਚੇ ਪੜ੍ਹਾਉਣ ਜਿਹੇ ਮਹਾਨ ਕਾਰਜ ਕਰਨ ਵਾਲੀ ਸ਼ਖਸੀਅਤ ਨੂੰ ਸਿਜਦੇ ਕਰਦੇ ਸਭ ਦੀਆਂ ਅੱਖਾਂ ਵਿੱਚ ਅੱਥਰੂ ਘਿਰਦੇ ਸਨ। ਸ਼੍ਰੀ ਵਿਨੋਦ ਕੁਮਾਰ ਸ਼ਰਮਾ ਜਿਹੜੇ ਇੱਕ ਵੱਡੀ ਸੰਸਥਾ ਸਨ, ਇੱਕ ਵਿਅਕਤੀ ਨਹੀਂ, ਇੱਕ ਬਹੁਤ ਵੱਡੀ ਸੰਸਥਾ ਸਨ, ਜਿਹੜੇ ਹਜ਼ਾਰਾਂ ਲੋਕਾਂ ਦੇ ਦੁੱਖ ਆਪਣੇ ਮੋਢਿਆਂ ਉੱਪਰ ਰੱਖ ਕੇ ਤੁਰਦੇ ਸੀ। ਉਹਨਾਂ ਬਾਰੇ ਬਲਦੇਵ ਮਹਿਤਾ ਜੀ ਨਾਲ ਕੁਝ ਗੱਲਾਂ ਕਰਨ ਲੱਗੇ ਹਾਂ, ਕਿਉਂਕਿ ਮਹਿਤਾ ਸਾਹਿਬ ਨੇ ਉਹਨਾਂ ਨਾਲ ਲੰਬਾ ਸਮਾਂ ਸਰਵਿਸ ਕੀਤੀ ਹੈ। ਇਹ ਉਹਨਾਂ ਦੇ ਬਹੁਤ ਕਰੀਬੀ ਸਨ। ਸਭ ਤੋਂ ਪਹਿਲਾਂ ਮੈਂ ਮਹਿਦੀਪੁਰ ਪਟਵਾਰੀ ਲੱਗਾ ਸਾਂ ਅਤੇ ਇਹ ਮੀਆਂਵਾਲ ਪਟਵਾਰੀ ਲੱਗੇ। ਫਸਟ ਪੋਸਟਿੰਗ ਇਹਨਾਂ ਦੀ ਪਹਿਲਾਂ ਘਰਿਆਲੇ ਸੀ। ਜਦੋਂ 6 ਮਹੀਨੇ ਬਾਅਦ ਅਡਾਕ ਬੇਸ 'ਤੇ ਹੋਏ ਅਤੇ ਇਹਨਾਂ ਨੂੰ ਕੱਢਤਾ, ਫਿਰ ਇਹ ਪੁਲਿਸ ਦੇ ਵਿੱਚ ਜਾ ਕੇ ਭਰਤੀ ਹੋ ਗਈ। 4 ਸਾਲ ਇਹਨਾਂ ਉੱਥੇ ਨੌਕਰੀ ਕੀਤੀ। ਉਸ ਤੋਂ ਬਾਅਦ ਫਿਰ ਮਹਿਕਮੇ ਦੇ ਵਿੱਚ ਆਣ ਕੇ ਤੇ ਸਭ ਤੋਂ ਪਹਿਲਾਂ ਮੀਆਂਵਾਲ ਇਹਨਾਂ ਨੇ ਪੋਸਟ ਸੇਵਾ ਨਿਭਾਈ। ਉਸ ਤੋਂ ਬਾਅਦ ਮਹਿਦੀਪੁਰੋਂ ਮੈਂ ਬਦਲ ਗਿਆ, ਇਹ ਮਹਿਦੀਪੁਰ ਆ ਗਏ। ਉਸ ਤੋਂ ਬਾਅਦ ਅਸੀਂ ਨਾਲ ਇਕੱਠੇ ਵਿਚਰਦੇ ਰਹੇ ਅਤੇ 96 'ਚ ਮੇਰੀ ਪ੍ਰਮੋਸ਼ਨ ਹੋਈ ਅਤੇ ਮੈਂ ਕਾਨੂੰਗੋ ਬਣ ਗਿਆ। ਅਤੇ ਇਹ ਪਟਵਾਰੀ ਉਦੋਂ ਸੀਨੀਅਰ ਪਟਵਾਰੀ ਜਿਵੇਂ ਹੋ ਗਏ। ਅਤੇ 98 ਤੋਂ ਲੈ ਕੇ 2003 ਤੱਕ ਕਾਨੂੰਗੋ ਸਰਕਲ ਬਲਟੋਆ 'ਚ ਮੈਂ ਕਾਨੂੰਗੋ ਸਾਂ ਅਤੇ ਇਹ ਉੱਥੇ ਪਟਵਾਰੀ 5 ਸਾਲ ਸੇਵਾ ਨਿਭਾਈ ਇਹਨਾਂ ਦੇ ਨਾਲ। ਬਾਅਦ ਦੇ ਵਿੱਚ ਮੈਂ ਦਿਆਲਪੁਰੇ ਆ ਗਿਆ ਅਤੇ 2 ਸਾਲ ਮੈਂ ਇੱਥੇ ਕੀਤੀ। ਬਾਅਦ 'ਚ ਸਾਡੇ ਇੱਕ ਭਰਾ ਸੀ, ਉਹ ਆਰਮੀ ਦੇ ਵਿੱਚ ਗੁਜ਼ਰਨ ਕਰਕੇ ਫਿਰ ਮੈਂ ਬਲਟੋਏ ਚਲੇ ਗਿਆ ਅਤੇ ਉੱਥੇ ਇਹਨਾਂ ਰਹੀ। ਕੰਮ ਇਹਨਾਂ ਦਾ ਜਿਵੇਂ ਅਸੀਂ ਇਹਨਾਂ ਨੂੰ ਇਹ ਆਖਣਾ, ਪ੍ਰਧਾਨ ਜੀ ਤੁਸੀਂ ਮੋਹਰਲੀ ਕਤਾਰ ਦੇ ਲੀਡਰ ਜੇ, ਅਤੇ ਅਫਸਰਾਂ ਦੇ ਖਿਲਾਫ ਜਦੋਂ ਬੋਲਣਾ ਤਾਂ ਅਫਸਰਾਂ ਦੀ ਵੀ ਅੱਖ ਹੁੰਦੀ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਲੂਜ ਪੋਲ ਲੱਭੀਏ, ਇਹਨਾਂ ਦੇ ਵਿੱਚ ਕਮੀਆਂ ਲੱਭੀਏ ਅਤੇ ਇਹਨਾਂ ਨੂੰ ਅਹਿਸਾਸ ਕਰਾਈਏ। ਪਰ ਇਹਨਾਂ ਨੇ ਆਪਦਾ ਕੰਮ ਭਾਵੇਂ ਦਿਨੇ ਕਰਨ, ਭਾਵੇਂ ਰਾਤ ਕਰਨ, ਭਾਵੇਂ ਹੋਰ ਕਿਸੇ ਦੀਆਂ ਸੇਵਾਵਾਂ ਲੈ ਕਰਨ, ਅਤੇ ਆਪਦਾ ਕੰਮ ਤਨਦੇਹੀ ਨਾਲ ਕੀਤਾ। 1/4/94 ਤੋਂ ਇਹਨਾਂ ਨੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦਾ ਸੰਗਠਨ ਕੀਤਾ। ਉਸ ਦੇ ਵਿੱਚ ਪਹਿਲਾਂ ਚੰਦ ਬੰਦੇ ਹੀ ਨਾਲ ਲੈ ਕੇ ਤੁਰੇ, ਜਿਵੇਂ ਅਕੇਲਾ ਘਰ ਸੇ ਨਿਕਲਾ ਥਾ ਕਾਰਵਾਂ ਬਣਤਾ ਗਿਆ। ਸੱਜਣ ਮਿੱਤਰ ਜਿਹੜੇ ਹੈਗੇ ਸੀ, ਜਿਵੇਂ ਮੁਕੇਸ਼ ਜੀ ਸੀ, ਜਾਦੀ ਸੀ, ਪੈਰੀ ਸੀ, ਅਸੀਂ ਸਾਂ, ਹੋਰ ਸੋਹਲ ਸਾਹਿਬ ਸੀ, ਤੋਂ ਲੈ ਕੇ ਤੁਰੇ। ਅਤੇ ਬਾਅਦ ਦੇ ਵਿੱਚ ਜਿੱਥੇ ਆਪਣੇ ਸਕੇ ਸਰਬੰਧੀ ਖੂਨ ਦੀ ਬੋਤਲ ਦੇਣ ਤੋਂ ਕਤਰਾਉਂਦੇ ਆ ਜਾਂ ਤਰ੍ਹਾਂ ਦੇ ਬਹਾਨੇ ਲੱਭਦੇ, ਉੱਥੇ ਇਹਨਾਂ ਨੇ ਦਿਨ ਭਰ ਰਾਤ, ਭਾਵੇਂ ਕੋਈ ਅੱਧੀ ਰਾਤ ਆ ਗਿਆ, ਸਿਆਲ 'ਚ ਆ ਗਿਆ, ਹਾੜ 'ਚ ਆ ਗਿਆ, ਕਿਸੇ ਵੀ ਗਰੁੱਪ ਦਾ ਬੰਦਾ, ਉਹਨੂੰ ਉਹਦਾ ਇੰਤਜ਼ਾਮ ਕਰਕੇ ਦਿੱਤਾ। ਕਿਉਂਕਿ ਅੱਜ ਵੀ ਲੇਖ ਦੇ ਵਿੱਚ ਲਿਖਿਆ ਸੀ ਵੀ ਇਹਨਾਂ ਦੀ ਜ਼ਿੰਦਗੀ 'ਚ ਇੱਕ ਖੂਨਦਾਨ ਕਮੇਟੀ ਬਣਾਉਣ ਦਾ ਵਿਚਾਰ ਤਾਂ ਆ ਵੀ ਇੱਕ ਬੰਦਾ ਬਿਨਾਂ ਖੂਨ ਤੋਂ ਖੂਨ ਦੀ ਘਾਟ ਕਰਕੇ ਮਰ ਗਿਆ ਸੀ, ਅਤੇ ਇਹਨਾਂ ਨੇ ਸੰਕਲਪ ਲਿਆ ਕਿ ਵੈਸੇ ਦੇ ਸਵਾਸ ਜਿਹੜੇ ਪਰਮਾਤਮਾ ਦੇ ਹੱਥ ਹੈ, ਜ਼ਿੰਦਗੀ ਮੌਤ, ਪਰ ਖੂਨ ਦੀ ਕਮੀ ਕਰਕੇ ਕੋਈ ਨਾ ਮਰੇ। ਇਹਨਾਂ ਦੇ ਨਾਲ ਲੱਗਣ ਕਰਕੇ ਜਿਵੇਂ ਅਸੀਂ ਇਹਨਾਂ ਨੂੰ ਆਖਣਾ ਵੀ ਲੱਕੜ ਸੰਗ ਲੋਹਾ ਤਰ ਜਾਂਦਾ ਹੈ, ਉਸ ਤਰ੍ਹਾਂ ਕਿੱਲ ਸੁੱਟ ਦਿਓ ਉਹ ਡੁੱਬ ਜਾਂਦਾ, ਪਰ ਲੱਕੜ ਦੇ ਨਾਲ, ਬੇੜੀ ਦੇ ਨਾਲ ਜਿੰਨਾ ਮਰਜ਼ੀ ਲੋਹਾ ਲਾਓ, ਇਹਨਾਂ ਦੇ ਨਾਲ ਰਲਣ ਕਰਕੇ ਅਸੀਂ ਵੀ ਖੂਨਦਾਨ ਕੀਤਾ। ਇੱਥੋਂ ਤੱਕ ਕਿ ਜਿਹੜੇ ਬਲੱਡ ਸੈੱਲ ਹੁੰਦੇ ਆ, ਇੱਕ ਪੇਸ਼ੈਂਟ ਦੇ ਬਲੱਡ ਸੈੱਲ ਨਹੀਂ ਬਣਦੇ, ਬੱਚਾ ਸੀ ਅਤੇ ਉਹ ਵੀ ਸੁਭਾਗ ਸਾਨੂੰ ਇਹਨਾਂ ਦੇ ਰਾਹੀਂ ਪ੍ਰਾਪਤ ਹੋਇਆ। ਉਹਦੇ ਵਿੱਚ 1 ਯੂਨਿਟ ਜਿਹੜਾ ਬਲੱਡ ਡੋਨੇਟ ਕਰਨਾ
ਕੋਈ ਵੀ ਮੈਣਾ नहीं रखता। ਜਿਹੜੇ ਸੈੱਲ ਕਿਉਂਕਿ 4-5 ਘੰਟੇ ਪ੍ਰੋਸੈਸ ਚੱਲਦਾ ਰਹਿੰਦਾ। ਉਹਦੇ ਵਿੱਚ ਆਟੋਮੈਟਿਕ ਮਸ਼ੀਨ ਹੁੰਦੀ ਆ, ਉਹ ਲਾ ਦਿੰਦੇ, ਖੂਨ ਕੱਢ ਲੈਂਦੇ ਆ ਰਿੜਕ ਕੇ, ਜਿਵੇਂ ਸੈੱਲ ਪਾਸੇ ਸਟੋਰ ਹੁੰਦੇ ਜਾਂਦੇ ਸੀ। ਅਤੇ 4 ਘੰਟੇ ਪ੍ਰੋਸੈਸ, ਫਿਰ ਉਹ ਖੂਨ ਰਿਵਰਸ ਕਰ ਦਿੰਦੇ ਸੀ, ਫਿਰ ਕੱਢਦੇ ਸੀ, ਫਿਰ ਕਰਕੇ। ਅਤੇ ਇਹਨਾਂ ਦੇ ਨਾਲ ਜਿਵੇਂ ਸੋਚ ਸੀ, ਜੇ ਕਿਤੇ ਅਸੀਂ ਵੀ ਇਹਨਾਂ ਦੇ ਨਾਲ ਸਹਿਯੋਗੀ ਬਣਦੇ ਰਹੇ, ਜੋ ਵੀ ਇਹਨਾਂ ਸਾਨੂੰ ਹੁਕਮ ਲਾਇਆ ਅਤੇ ਉਹ ਅਸੀਂ ਮੰਨਦੇ ਰਹੇ। ਜਾਂ ਸਾਰੇ ਕੰਮ ਜਦੋਂ ਇਹਨਾਂ ਦਾ ਕੋਈ ਸੁਨੇਹਾ ਚਲੇ ਜਾਣਾ, ਫੋਨ ਚਲੇ ਜਾਣਾ, ਜਾਂ ਇਹਨਾਂ ਦੇ ਕੋਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਬੰਦਾ ਆ ਗਿਆ, ਉਹ ਨਿਰਾਸ਼ਾ ਲੈ ਕੇ ਨਹੀਂ ਗਿਆ, ਤਾਂ ਇਹਨਾਂ ਵੀ ਜਿਹਨੂੰ ਕਿਸੇ ਨੂੰ ਕੋਈ ਵੀ ਕੰਮ ਆਖਤਾ, ਸੇਵਾ ਆਖਤੀ ਹੈ, ਉੱਥੋਂ ਵੀ ਇਹਨਾਂ ਨੂੰ ਨਿਰਾਸ਼ਾ ਦਾ ਮੂੰਹ ਨਹੀਂ ਵੇਖਣਾ ਪਿਆ। ਜਾਂ ਕਈਆਂ ਦੇ ਇਹਨਾਂ ਨੇ ਵਿਖੜੇ ਘਰ, ਜਿਹੜੇ ਟੁੱਟੇ ਘਰ ਸੀ, ਉਹ ਉਸਾਰ ਤੇ ਸਮਾਜ ਦੇ ਵਿੱਚ ਵੀ, ਸਮਾਜਿਕ ਤੌਰ 'ਤੇ ਵੀ ਅਤੇ ਮਹਿਕਮਾਨਾ ਤੌਰ 'ਤੇ ਵੀ। ਇਹ ਪ੍ਰਧਾਨ ਸਾਹਿਬ ਵੀ ਰਹੇ ਜ਼ਿਲ੍ਹੇ ਦੇ, ਤਹਿਸੀਲ ਦੇ ਵੀ ਜਨਰਲ ਸਕੱਤਰ ਸਾਹਿਬ ਰਹੇ ਮੇਰੇ ਨਾਲ। ਚਲੋ ਠੀਕ ਹੈ। ਮੈਂ ਅਤੇ ਉਹਨਾਂ ਦਾ ਸਬੂਤ ਅੱਜ ਦਾ ਇਕੱਠ ਦੱਸ ਰਿਹਾ ਵੀ ਉਹ ਕਿੰਨੇ ਹਰਮਨ ਪਿਆਰੇ ਸੀ ਲੋਕਾਂ ਦੇ ਵਿੱਚ। ਜ਼ਰੂਰਤ ਹੁੰਦੀ ਹੈ, ਅਸੀਂ ਜੋ ਹੈ ਸੋਚ ਵੀ ਨਹੀਂ ਸਕਦੇ ਸੀ ਇੰਨੀ ਜਲਦੀ ਹੱਥ ਛੁੜਾ ਕੇ, ਔਰ ਪਰਮਾਤਮਾ ਦੇ ਜੋ ਹੈ ਚਰਨਾਂ 'ਚ ਸਥਾਨ ਬਣ ਗਏ। ਆਤਮਾ ਜਿਹੜੀ ਹੈ ਅਜਰ ਅਮਰ ਹੈ। ਉਹਨਾਂ ਨੇ ਜਿਹੜੇ ਅਨੇਕਾਂ ਹੀ ਆਪਾਂ ਗਿਣਤੀ ਨਹੀਂ ਕਰ ਸਕਦੇ। ਕੋਈ ਵੀ याचक आया ना को एक ऐसे बैंक सन तिजोरी सी ऐसी मन इच्छा जो है किस भावना नाल आया। विनोद जी ने पूर्ति करके आनंद करके एक महान आत्मा ने यही है कि ਜਿਹੜੇ ਉਹਨਾਂ ਦੇ ਉੱਚ ਕਰਮ, ਦਇਆ ਭਾਵ ਉਹਨਾਂ ਦੇ ਅੰਦਰ, ਜੁਝਾਰੂਪਨ, ਕੋਈ ਵੀ ਉਹਨਾਂ ਕੋਲ ਜੋ ਹੈ ਮਸਲਾ ਆਇਆ, ਮੈਨੂੰ ਨਹੀਂ ਲੱਗਦਾ ਕਿ ਉਹ ਆਨੰਦ ਕਰਕੇ ਉਸ ਦਾ ਹੱਲ ਕੱਢ ਕੇ ਉਹਨਾਂ ਨੇ। ਬਾਊ ਵਿਨੋਦ ਕੁਮਾਰ ਦੀ ਸ਼ਖਸੀਅਤ ਜਿਹੜੀ ਆ ਬਹੁਤ ਉੱਚੀ ਆ। ਸਾਡੇ ਬੱਚਿਆਂ ਦੇ ਭਰਾ ਵੀ ਸੀ। ਕਈ ਵਾਰੀ ਸਾਨੂੰ ਉਹਨੇ ਹੁਕਮ ਹੀ ਦੇਣਾ। ਸਭ ਤੋਂ ਸਵੇਰੇ 4 ਵਜੇ ਉੱਠ ਕੇ ਅਸੀਂ ਦੋਨਾਂ ਨੇ ਉੱਠ ਕੇ ਪਹਿਲਾਂ ਡੰਗਰਾਂ ਦਾ ਅਰੇਂਜਮੈਂਟ ਕਰਨਾ, ਪੱਠੇ ਲਿਆ ਕੇ ਰੱਖਣੇ। 10 ਵਜੇ ਤੋਂ ਬਾਅਦ ਉਹਨਾਂ ਨੇ ਚੌਂਕੇ ਦਾ ਪ੍ਰਬੰਧ ਕਰਨਾ। ਫਿਰ ਵੇਚੀ ਜਿਹੜੀ ਦੁਨੀਆ ਪਬਲਿਕ ਜਿਹੜੀ ਸੀ, ਸਾਰੀ ਪਬਲਿਕ ਨੂੰ ਇਹ ਪਤਾ ਸੀ ਵੀ ਇਹਨਾਂ ਕੋਲ ਜਾਈਏ ਤਾਂ ਕੋਈ ਨਿਰਾਸ਼ ਹੋ ਕੇ ਨਹੀਂ ਆਉਂਦਾ। ਮੇਰੇ ਵੇਖਣ ਦੀ ਗੱਲ ਆ ਵੀ 2 ਡਾਈਵੋਰਸ ਰਿਸ਼ਤੇ ਜਿਹੜੇ ਆ ਨਾ, ਇੱਥੇ ਬੈਠ ਕੇ ਇਹਨਾਂ ਨੇ ਉਹ ਘਰ ਵਸਾ ਦਿੱਤੇ। ਇਹਨਾਂ ਨੂੰ ਕੋਈ ਬੰਦਾ, ਕੋਈ ਲੜਕੀ ਨਾ ਨਹੀਂ ਸੀ ਕਰਦੀ। ਜੋ ਇਹਨਾਂ ਹੁਕਮ ਕਰਤਾ ਉਹ ਉਹਨਾਂ ਸਾਰਾ ਇਹਨਾਂ ਪੂਰਾ ਕੀਤਾ। 24 ਘੰਟੇ ਹੀ ਬਸ ਦਿਨ ਰਾਤ। ਕਮਲਾ ਨੇ ਇਹਨਾਂ ਨੂੰ ਕਹਿਣਾ ਵੀ ਘਰ ਵਾਸਤੇ ਵੀ ਟਾਈਮ ਦੇ ਦਿਓ, ਲੇਕਿਨ ਇਹਨਾਂ ਨੇ ਪਹਿਲਾਂ ਪਹਿਲ ਜਿਹੜੀ ਆ ਜਿਹੜੇ ਪੁੰਨ ਦੇ ਕੰਮ ਸੀ ਉਹ ਸਾਰੇ ਕੀਤੇ। ਮੈਨੂੰ ਯਾਦ ਹੈ ਜਦੋਂ ਮਾਹੌਲ ਖਰਾਬ ਸੀ ਪੱਟੀ ਦਾ, ਉਦੋਂ ਸਾਡੀ ਗਲੀ ਦੇ ਵਿੱਚ ਕਾਂਡ ਹੋ ਗਿਆ। ਅਸੀਂ ਦੋਨੋਂ ਜਾਣੇ ਪੱਗਾਂ ਬੰਨ੍ਹ ਲਈਆਂ। ਉਦੋਂ ਇਹ ਵੀ ਪਰਿਵਾਰ ਸੀ, ਮੈਂ ਵੀ ਪਰਿਵਾਰ ਸੀ। ਅਸੀਂ ਦਾੜੀਆਂ ਰੱਖ ਲਈਆਂ, ਪੱਗਾਂ ਬੰਨ੍ਹ ਲਈਆਂ। ਸਰਕਾਰੀ ਹੌਸਪੀਟਲ ਪੱਟੀ ਦੇ ਵਿੱਚ ਇੱਥੇ ਗਾਰਡ ਲੱਗਦੀ ਹੁੰਦੀ। ਅਸੀਂ ਰਾਤ ਨੂੰ 10 ਦਿਨ ਲਗਾਤਾਰ ਉੱਥੇ ਸੌਣ ਜਾਂਦੇ ਰਹੇ। ਠੀਕ ਹੈ, ਧੰਨਵਾਦ। ਹਾਂਜੀ, ਬਾਊ ਵਿਨੋਦ ਜੀ ਬਾਰੇ 2 ਸ਼ਬਦ ਤੁਸੀਂ ਵੀ ਬੋਲੋ। ਬਾਊ ਵਿਨੋਦ ਜੀ ਸਾਡੇ ਵੱਡੇ ਵੀਰ ਜੀ ਸਨ, ਔਰ ਹਮੇਸ਼ਾ ਹੀ ਸਾਡਾ ਉਹਨਾਂ ਦੇ ਨਾਲ ਮਿਲਣਾ ਜੁਲਣਾ ਬਣਦਾ ਰਹਿੰਦਾ ਸੀ। ਰੋਜ਼ਾਨਾ ਅਸੀਂ ਇੱਕ ਵਾਰ ਜ਼ਰੂਰ ਉਹਨਾਂ ਨੂੰ ਮਿਲਦੇ ਹਾਂ। ਰਜੇਸ਼ ਭਾਜੀ ਦੇ ਕਦੀ ਨਾਲ, ਕਦੀ ਕਿਤੇ ਸਾਡੀ ਦੁਕਾਨ 'ਤੇ ਵੀ ਉਹਨਾਂ ਨੇ ਆਉਣਾ। ਉਹਨਾਂ ਨੇ ਇਹੋ ਹੀ ਗੱਲਾਂ ਦੱਸਦੇ ਹੁੰਦੇ ਸੀ ਵੀ ਆਪਾਂ ਐਤੀ ਆਹ ਕੰਮ ਕਰਨਾ ਜਿਹੜਾ ਲੋਕਾਂ ਦੀ ਭਲਾਈ ਵਾਸਤੇ ਹੋਵੇ। ਉਹਨਾਂ ਨੇ ਬਹੁਤ ਜ਼ਿਆਦਾ ਭਲਾਈ ਵਾਸਤੇ ਲੋਕਾਂ ਦੇ ਕੰਮ ਕੀਤੇ। ਕਈ ਵਾਰ ਉਹਨਾਂ ਨੇ ਮੈਨੂੰ ਕਹਿਣਾ ਵੀ ਆਪਣੇ 2-4 ਮਹੀਨੇ ਰਹਿ ਗਏ ਨੇ ਰਿਟਾਇਰਮੈਂਟ ਦੇ ਵਿੱਚ,
ਆਪਾਂ ਇਹੋ ਜਿਹਾ ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਵਾ ਵੀ ਲੋਕ ਯਾਦ ਕਰਨ ਵੀ ਵਾਕਈ ਕੋਈ ਉੱਠਿਆ ਵਾ ਜਿਹਨੇ ਸ਼ਹਿਰ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਆ, ਜਿਹੜਾ ਕੋਈ ਇਹ ਵੀ ਆ ਦਫ਼ਤਰ ਦੇ ਵਿੱਚ ਜਾਵੇ ਤੁਰੰਤ ਕੰਮ ਹੋਣ। ਆਪਾਂ ਇਹੋ ਜਿਹਾ ਸਿਸਟਮ ਬਣਾਉਣਾ ਵਾ, ਸਾਰਿਆਂ ਜਾਣਿਆਂ ਨੇ ਰਲ ਕੇ ਇਹੋ ਜਿਹੇ ਕੰਮ ਕਰਨੇ ਆ। ਬਹੁਤ ਹੀ ਉਹਨਾਂ ਨੇ ਵਧੀਆ ਕੰਮ ਕਰਦੇ ਰਹੇ ਨੇ ਔਰ ਉਹਨਾਂ ਦੀਆਂ ਕਈ ਆਸਾਂ ਵੀ ਹੈਗੀਆਂ ਸੀ ਜਿਹੜੀਆਂ ਵਿੱਚ ਉਹਨਾਂ ਦੇ ਰਹਿ ਗਈਆਂ ਨੇ। ਔਰ ਬਹੁਤ ਹੀ ਵਧੀਆ ਜਿਵੇਂ ਖੂਨਦਾਨ ਕਮੇਟੀ ਦਾ ਕੰਮ ਆ, ਗਊਸ਼ਾਲਾ ਦਾ ਹੈ, ਭਗਤ ਪੂਰਨ ਸਿੰਘ ਇਹਦਾ ਵਾ, ਪਾਰਕ ਦਾ ਕੰਮ ਆ, ਚੌਂਕਾ ਵਾ 10 ਰੁਪਏ ਰੋਟੀ ਦਾ ਵਾ। ਇਹ ਬਹੁਤ ਵਧੀਆ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਕਰਕੇ ਚੱਲ ਰਿਹਾ ਸੀ। ਅੱਜ ਅਸੀਂ ਉਹਨਾਂ ਦੇ ਜਿਹੜੇ ਵੀ ਕੰਮ ਉਹਨਾਂ ਦੇ ਚੱਲਦੇ ਆ, ਅਸੀਂ ਸਾਰੀ ਟੀਮ ਇਕੱਠੇ ਹੋ ਕੇ ਕੋਈ ਕੰਮ ਨਹੀਂ ਰੁਕਣ ਦੇਵਾਂਗੇ ਔਰ ਸਾਰਾ ਹੀ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਕਰਾਂਗੇ ਔਰ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇਗੀ ਔਰ ਉਹਨਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਔਰ ਉਹਨਾਂ ਦਾ ਕੋਈ ਕੰਮ ਨਹੀਂ ਰੁਕੇਗਾ। ਧੰਨਵਾਦ। ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਜੀ ਸ਼ਰਮਾ, ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੇ ਅੱਜ ਅੰਤਮ ਅਰਦਾਸ ਸ਼ੋਕ ਸਮਾਗਮ ਵਿੱਚ ਸ਼ਾਮਲ ਹੋਇਆ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪ੍ਰਧਾਨ ਜੀ ਦੀ ਸ਼ਖਸੀਅਤ ਦਾ ਕੱਦ ਕਿੱਡਾ ਉੱਚਾ ਸੀ। ਪ੍ਰਧਾਨ ਜੀ ਦੇ ਕੀਤੇ ਸਮਾਜਿਕ ਕੰਮ ਲੋਕਾਂ ਤੋਂ ਲੁਕੇ ਹੋਏ ਨਹੀਂ ਹਨ। ਪ੍ਰਧਾਨ ਜੀ ਆਪਣੇ ਪਰਿਵਾਰ ਸਮੇਤ ਆਪਣੇ ਸੱਜਣਾਂ ਨੂੰ ਆਪਣੇ ਸ਼ੁਰੂ ਕੀਤੇ ਕੰਮਾਂ ਨੂੰ ਅੱਧ ਵਾਟੇ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਸੀ ਜੋ ਪ੍ਰਧਾਨ ਦੇ ਸੱਜਣਾਂ ਨੂੰ, ਸ਼ਹਿਰ ਨੂੰ ਤੇ ਪ੍ਰਧਾਨ ਦੇ ਉਹ ਲੋੜਵੰਦ ਗੁਰਬਤ ਦੇ ਮਾਰੇ ਬੰਦਿਆਂ ਨੂੰ, ਜਿਹੜੇ ਪ੍ਰਧਾਨ ਨੂੰ ਆਪਣਾ ਮਸੀਹਾ ਸਮਝਦੇ ਸਨ, ਉਹਨਾਂ ਨੂੰ ਪਿਆ। प्रधान जी एक गल अक्सर कहा करते कि कुछ लोग जमाने में आए वक़्त के सांचे में डल गए, कुछ लोग जमाने में आए वक़्त का सांचा ही बदल गए। प्रधान जी भी उन्होंने किरदारां विच आउंदे सन जो कि समाज का सांचा वक़्त का सांचा बदलण की समर्था रखते सन, पर कुदरत प्रकृति के नियमां अगे कुछ भी नहीं किया जा सकता। प्रधान अपने प्यारिਆਂ ਦੀਆਂ ਮੁੱਠਾਂ ਚੋਂ ਰੇਤੇ ਵਾਂਗੂ ਘਿਰ ਗਿਆ, ਰੋਂਦਿਆਂ ਵਿਲਕਦਿਆਂ ਇਕੱਲਿਆਂ ਛੱਡ ਗਿਆ। ਹੁਣ ਅਸੀਂ ਇਹ ਪ੍ਰਧਾਨ ਜੀ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹ ਵਾਅਦਾ ਕਰਦੇ ਹਾਂ कि प्रधान जी के अधूरे पए कामां नूं पूरा किया जाएगा। प्रधान जी के कीते कामां नूं साडे वल्लों सलूट है। गुरबाणी के महावाकां अनुसार जिहा चीरी लिखिया तेहा हुक्म कमाए, घले आवे नानका सदे उठ जा के महावाकां अनुसार जिवें प्रधान जी उस ਦੇ ਹੁਕਮ ਮੁਤਾਬਕ ਉਸਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਉਹਦੇ ਸੱਜਣਾ ਸਹਿਯੋਗੀਆਂ ਤੇ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਅਸੀਂ ਤਹਿ ਦਿਲੋਂ ਪ੍ਰਧਾਨ ਜੀ ਦੇ ਪਰਿਵਾਰ ਦੇ ਨਾਲ ਤਨੋ ਮਨੋਂ ਨਾਲ ਖੜੇ ਹਾਂ ਤੇ ਖੜੇ ਰਹਾਂਗੇ। प्रधान जी के कीते समाज सेवी कामां नूं साडे वल्लों सैल्यूट आ। अलविदा अलविदा अलविदा। हाँ जी ओके। ਬਾਊ ਜੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਜੀ ਮੈਨੂੰ ਬਹੁਤ ਵਾਰ ਮਿਲਦੇ, ਜ਼ਿਕਰ ਕਰਦੇ ਸੀ ਕਿ ਜਿੰਨੀਆਂ ਸੇਵਾਵਾਂ 'ਚ ਮੈਂ ਰੋਲ ਅਦਾ ਕਰ ਰਿਹਾ ਤੇ ਬਾਊ ਰਜੇਸ਼ ਜੀ ਮੇਰਾ ਇੱਕ ਵੱਡਾ ਪਾਰਟ ਨੇ, ਇੱਕ ਵੱਡਾ ਹਿੱਸਾ ਨੇ, ਮੈਂ ਉਹਨਾਂ ਦਾ ਕਦੇ ਦੇਣ ਨਹੀਂ ਦੇ ਸਕਦਾ। ਤੁਸੀਂ ਉਹਨਾਂ ਨੂੰ ਕਿੰਨਾ ਕੁ ਜਾਣਦੇ ਸੀ, ਉਹਨਾਂ ਨਾਲ ਇੰਨਾ ਗੂੜਾ ਕਿਵੇਂ ਜੁੜੇ ਸੀ, ਥੋੜਾ ਦੱਸੋ ਪਲੀਜ਼। ਵਿਨੋਦ ਬਾਰੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਮੈਂ ਇੱਕ ਗੱਲ ਕਹਾਂਗਾ ਕਿ ਸਭ ਤੋਂ ਪਹਿਲਾਂ ਤੇ ਮੇਰੇ ਪਰਿਵਾਰਕ ਮੈਂਬਰ ਸੀ। ਉਸ ਤੋਂ ਬਾਅਦ ਅਸੀਂ ਸਕੂਲ ਲੈਵਲ ਤੋਂ ਇਕੱਠੇ ਪੜ੍ਹੇ ਹਾਂ
ਮੇਰਾ ਕਲਾਸ ਫੈਲੋ ਸੀ ਜਿਸ ਕਰਕੇ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਜਾਣਦੇ, ਕਿਉਂਕਿ ਜਿਹੜੇ ਕਲਾਸ ਫੈਲੋ ਹੁੰਦੇ ਜਾਂ ਇਕੱਠੇ ਸ਼ੁਰੂ ਤੋਂ ਪੜ੍ਹੇ ਹੁੰਦੇ ਨੇ ਤੇ ਯਾਰਾਨਾ ਹੁੰਦਾ ਤੇ ਉਹ ਇੱਕ ਦੂਜੇ ਦੀ ਰਮਜ਼ ਨੂੰ ਵੀ ਸਮਝਦੇ ਨੇ। ਮੇਰਾ ਵੀਰ ਵਿਨੋਦ ਸ਼ੁਰੂ ਤੋਂ ਇੱਕ ਬੜਾ ਤਗੜਾ ਸਿੰਗਰ ਵੀ ਕਹਿ ਸਕਦਾ, ਮੈਂ ਬੜਾ ਅੱਛਾ ਗਾਉਂਦਾ ਸੀ, ਸਿੰਗਰ ਵੀ ਸੀ, ਲੇਕਿਨ ਉਹਦੇ ਅੰਦਰ ਇੱਕ ਮਾਨਵਤਾ ਦੇ ਪ੍ਰਤੀ ਸ਼ੁਰੂ ਤੋਂ ਹੀ ਇੱਕ ਪ੍ਰੇਰਨਾ ਦਾ ਸਰੋਤ ਹੈਗਾ ਸੀ। ਕਿਉਂਕਿ ਉਹਨੇ ਸਕੂਲ ਟਾਈਮ ਤੇ ਵੀ ਜਦੋਂ ਕੋਈ ਗੱਲ ਕਰਨੀ ਜਾਂ ਉਹਦਾ ਇੱਕ ਸੁਪਨਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਕੋਈ ਐਸੇ ਕੰਮ ਕਰਾਂਗਾ ਕਿ ਜਿਹਦੇ ਵਿੱਚ ਲੋਕੀ ਮੈਨੂੰ ਯਾਦ ਰੱਖਣ। ਤੇ ਅੱਜ ਮੈਂ ਮਾਨ ਸਾਹਿਬ ਇਹ ਗੱਲ ਕਹੂੰਗਾ ਕਿ ਤੁਸੀਂ ਸਾਰੇ ਵੇਖ ਰਹੇ ਹੋ ਕਿ ਜੋ ਉਸਨੇ ਕੰਮ ਕੀਤੇ ਜਾਂ ਜਿਹੜੇ ਕੰਮਾਂ ਨੂੰ ਹੱਥ ਪਾਇਆ, ਇੱਕ ਦ੍ਰਿੜ ਨਿਸ਼ਚੇ ਦੇ ਨਾਲ ਉਹਨੂੰ ਹੱਥ ਪਾਇਆ ਤੇ ਉਹ ਕੰਮਾਂ ਨੂੰ ਉਹਨੇ ਪੂਰਾ ਕੀਤਾ। ਸਭ ਤੋਂ ਪਹਿਲਾਂ ਜਦੋਂ ਖੂਨਦਾਨ ਕਮੇਟੀ ਬਣਾਈ ਗਈ, ਤੁਹਾਨੂੰ ਪਤਾ ਹੈ ਕਿ ਜਦੋਂ ਭਿੱਖੀ ਬਣਾਉਂਦੇ ਉਹਨੇ ਇੱਕ ਐਕਸੀਡੈਂਟ ਵੇਖਿਆ ਤੇ ਕਿਸੇ ਦੀ ਡੈਥ ਹੋ ਗਈ ਖੂਨ ਤੋਂ ਇਲਾਵਾ, ਇੱਕ ਮਨ 'ਚ ਜਲਜਲਾ ਉੱਠਿਆ ਕਿ ਲੋਕੀ ਖੂਨ ਦੇ ਨਾਲ ਮਰਦੇ ਜਾਂਦੇ ਨੇ ਜਾਂ ਖੂਨ ਦੀ ਕਮੀ ਕਰਕੇ ਜਾਂ ਕਿਸੇ ਨੂੰ ਖੂਨ ਨਹੀਂ ਟਾਈਮ ਸਿਰ ਮਿਲ ਪਾਉਂਦਾ ਤੇ ਉਹਦੀ ਡੈਥ ਹੋ ਜਾਂਦੀ ਹੈ। ਕਿਸ ਚੀਜ਼ ਦੀ ਇਨਸਾਨੀਅਤ ਹੈ? ਇਨਸਾਨੀਅਤ ਉਹੀ ਹੈ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ। ਤਾਂ ਸਭ ਤੋਂ ਪਹਿਲਾਂ ਮੇਰੇ ਵੀਰ ਨੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਬਣਾਈ, ਜੋ ਕਿ ਅੱਜ ਪੰਜਾਬ ਤੋਂ ਦਿੱਲੀ ਤੱਕ ਵੀ ਉਸ ਖੂਨਦਾਨ ਕਮੇਟੀ ਦਾ ਨਾਂ ਹੈ। ਕਿਉਂਕਿ ਇਹ ਜਿਹੜੇ ਕੰਮ ਹੁੰਦੇ ਨੇ ਆਪ ਅੱਗੇ ਲੱਗ ਕੇ ਕਰਨੇ ਪੈਂਦੇ ਨੇ। ਤੇ ਮੇਰੇ ਵੀਰ ਨੇ ਆਪ ਖੁਦ ਖੀਲੀ ਬੋਤਲ 90ਵੀਂ ਬੋਤਲ ਸੀ ਖੂਨ ਦੀ ਜਿਹੜੀ ਉਹਨੇ ਦਿੱਤੀ ਹੈ। ਤੇ ਕੋਈ ਮਾਈ ਦਾ ਲਾਲ ਹੀ ਕਰ ਸਕਦਾ ਜਿਹਦੇ ਅੰਦਰ ਕੋਈ ਜਜ਼ਬਾ ਹੋਵੇ, ਨਿਸਵਾਰਥ ਕੰਮ ਕਰਨ ਦੀ ਭਾਵਨਾ ਹੋਵੇ। ਜਿੱਦਾਂ ਕਹਿੰਦੇ ਨੇ ਕਿ ਭਗਵਾਨ ਵੀ ਇਹ ਕਹਿੰਦਾ ਕਿ ਤੁਸੀਂ ਕੋਈ ਵੀ ਕੰਮ ਕਰਨਾ, ਕਰਮ ਕਰਨਾ ਤੇ ਬਿਨਾਂ ਕਿਸੇ ਸਵਾਰਥ ਤੋਂ ਨਿਸ਼ਕਾਮ ਤੋਂ ਸੇਵਾ ਕਰੋ ਤੇ ਸਵਾਰਥ ਮੈਨੂੰ ਸਮਰਪਿਤ ਕਰੋ ਤੇ ਉਹਦਾ ਫਲ ਮੈਂ ਦੇਵਾਂਗਾ। ਤੇ ਮੇਰਾ ਵੀਰ ਨੇ ਜਦੋਂ ਵੀ ਕੋਈ ਕੰਮ ਕੀਤਾ ਉਹਦੇ ਵਿੱਚ ਉਹਦਾ ਕੋਈ ਸਵਾਰਥ ਨਹੀਂ ਸੀ ਜੁੜਿਆ, ਉਹਨੇ ਸਮਾਜ ਵਾਸਤੇ ਕੀਤਾ। ਤੁਸੀਂ ਜਾਣਦੇ ਹੋ ਕਿ ਜਿੱਦਾਂ ਚੌਂਕਾ ਬੀਬੀ ਰਜਨੀ ਦਾ 10 ਰੁਪਏ ਦੇ ਵਿੱਚ ਹਰ ਇੱਕ ਗਰੀਬ ਨੂੰ ਖਾਣਾ, ਜਾਂ ਐਂਬੂਲੈਂਸ ਦਾ ਕੰਮ, ਜੇ ਲੋਕਾਂ ਨੂੰ ਕਿਤੇ ਵੀ ਮੁਸ਼ਕਲ ਆਈ ਤਾਂ ਐਂਬੂਲੈਂਸ ਸੰਭਾਲੀ। ਕੋਈ ਵੀ ਕੰਮ, ਚਾਹੇ ਲੋਕੀ ਸ਼ਮਸ਼ਾਨ ਘਾਟ ਕੰਮ ਕਰਨ ਤੋਂ ਡਰਦੇ ਨੇ, ਲੇਕਿਨ ਇਹਨਾਂ ਨੇ ਸ਼ਮਸ਼ਾਨ ਘਾਟ ਨੂੰ ਇੱਕ ਉਹ ਇਹ ਤਾਂ ਸੁਪਨਾ ਹੀ ਕਿ ਜੇ ਕੋਈ ਇੱਥੇ ਖੀਲੇ ਟਾਈਮ ਤੇ ਆਉਂਦਾ ਉਹ ਇਹ ਨਾ ਸੋਚੇ ਕਿ ਉਹਦੀ ਲਾਸ਼ ਇੱਕ ਸੜਨ ਵਾਸਤੇ ਕਿਸੇ ਜਗ੍ਹਾ ਤੇ ਆਉਂਦੀ ਹੈ, ਉਹਨੂੰ ਖੀਲੇ ਟਾਈਮ ਦੇ ਉੱਤੇ ਵੀ ਇੱਕ ਚੰਗੀ ਜਗ੍ਹਾ ਮਿਲੇ ਕਿ ਉਹਦਾ ਜਿਹੜਾ ਜਾਣ ਦਾ ਸਮੇਂ ਕਿ ਉਹ ਘੱਟੋ ਘੱਟ ਉਹ ਵੀ ਇੱਕ ਚੰਗਾ ਹੋਵੇ। ਬੜੇ ਕੰਮ ਉਹਨੇ ਐਸੇ ਹੋਏ ਜਿਹਦਾ ਕਿ ਬਹੁਤ ਸਮਾਜ ਨੂੰ ਘਾਟਾ ਪਿਆ। ਸਭ ਤੋਂ ਵੱਡੀ ਗੱਲ ਮੈਂ ਜਿਹੜੀ ਗੱਲ ਕਹਿਣਾ ਚਾਹੂੰਗਾ ਕਿ ਉਸ ਇਨਸਾਨ ਨੇ ਬਿਨਾਂ ਭੇਦ ਭਾਵ ਦੇ, ਕੋਈ ਜਾਤੀ ਨਹੀਂ, ਕੋਈ ਪਾਤ ਨਹੀਂ, ਕੋਈ ਕੁਛ ਨਹੀਂ, ਹਰ ਇੱਕ ਦੀ ਸੇਵਾ ਕੀਤੀ ਹੈ। ਉਹਦੇ ਕੋਲ ਚਾਹੇ ਪੋਲੀਟੀਕਲ ਪਾਰਟੀ ਦਾ ਵੀ ਕੋਈ ਬੰਦਾ ਆ ਗਿਆ, ਕੋਈ ਆਪੋਜ਼ਿਟ, ਉਹਨੇ ਪੋਲੀਟੀਕਲ ਪਾਰਟੀ ਨੂੰ ਦੇਖੀ, ਉਹਨੇ ਸਿਰਫ ਮਾਨਵ ਸੇਵਾ, ਮਾਧਵ ਸੇਵਾ ਦੇਖੀ ਹੈ। ਉਹਨੇ ਇਨਸਾਨੀਅਤ ਦੇਖੀ ਹੈ ਔਰ ਇਨਸਾਨੀਅਤ ਦੇ ਉਸ ਫਰਜ਼ ਨੂੰ ਉਹ ਅੱਗੇ ਲੈ ਕੇ ਗਿਆ ਜੋ ਕਿ ਉਸ ਨੇ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ। ਮੈਨੂੰ ਯਾਦ ਹੈ ਉਸ ਦਿਨ ਜਿਸ ਦਿਨ ਮੇਰੇ ਵੀਰ ਇਸ ਦੁਨੀਆ ਨੂੰ ਛੱਡ ਕੇ ਗਿਆ, ਇੱਕ ਇੱਕ ਬੱਚਾ ਰੋਇਆ, ਹਰ ਬੱਚਾ ਯਾਦ ਕਰ ਰਿਹਾ ਸੀ, ਹਰ ਇੱਕ ਬੁੜਾ, ਇੱਕ ਬਜ਼ੁਰਗ ਆਦਮੀ, ਚਾਹੇ ਬਜ਼ੁਰਗ ਔਰਤ ਹੈ, ਮਾਤਾ, ਭੈਣ, ਭਰਾ, ਸਾਰੇ ਸ਼ਹਿਰ ਦੇ ਲੋਕੀ, ਸ਼ਹਿਰ ਤੋਂ ਇਲਾਵਾ ਬਾਹਰਲੇ ਲੋਕੀ ਵੀ ਉਹਨੂੰ ਯਾਦ ਕਰਕੇ ਰਹਿੰਦੇ ਕਿ ਸਾਡਾ ਇੱਕ ਮਸੀਹਾ ਚਲੇ ਗਿਆ। ਤੇ ਅਸਲ ਵਿੱਚ ਇੱਕ ਮਸੀਹਾ ਸੀ। ਮੈਂ ਉਹਨੂੰ ਇੰਨਾ ਜਾਣਦਾ ਕਿ ਉਹ ਇੱਕ ਇਨਸਾਨੀਅਤ ਦੇ ਰੂਪ ਵਿੱਚ ਇੱਕ ਦੇਵਤਾ ਸੀ ਔਰ ਦੇਵਤੇ ਦਾ ਇਸ ਧਰਤੀ ਤੋਂ ਚਲੇ ਜਾਣਾ ਸਾਡੇ ਵਾਸਤੇ ਇੱਕ ਪੱਲੇ ਤੋਂ ਘੱਟ ਨਹੀਂ ਹੈ। ਅੱਜ ਦੇ ਸੈਲਫਿਸ਼ ਯੁੱਗ ਵਿੱਚ ਕਿਸੇ ਇੱਕ ਨੂੰ ਯਾਰ ਬਣਾਉਣਾ ਤੇ ਉਸ ਦਾ ਯਾਰ ਬਣ ਕੇ ਨਿਭਣਾ ਬਹੁਤ ਔਖਾ ਕੰਮ ਹੈ। ਵੱਡੇ ਵੱਡੇ ਲੋਕ, ਬਹੁਤ ਸਿਆਣੇ ਸਿਆਣੇ ਲੋਕ ਇਸ ਰਿਸ਼ਤੇ ਦੀ ਧਾਰ ਤੇ ਅਸਫਲ ਹੋ ਜਾਂਦੇ ਹਨ। ਪਰ ਵਿਨੋਦ ਸ਼ਰਮਾ, ਜਿਸ ਕੋਲ
ਭੀਖ ਮੰਗਣ ਵਾਲੇ ਭਿਖਾਰੀ ਵੀ ਯਾਰਾਂ ਦੇ ਰੂਪ ਵਿੱਚ ਸਨ ਤੇ ਬਹੁਤ ਵੱਡੀਆਂ ਸ਼ਖਸੀਅਤਾਂ ਵੀ ਉਸਦੇ ਯਾਰਾਂ ਦੇ ਰੂਪ ਵਿੱਚ ਸਨ। ਉਹਦੀ ਗਲਵੱਕੜੀ 'ਚ ਇੱਕ ਭਿਖਾਰੀ ਵੀ ਪਿਆਰ ਦਾ ਨਿੱਘ ਲੈਂਦਾ ਰਿਹਾ। ਉਹਦੀ ਗਲਵੱਕੜੀ ਵਿੱਚ ਵੱਡੇ ਵੱਡੇ ਅਫਸਰ ਵੀ ਉਹਦੇ ਪਿਆਰ ਦਾ ਨਿੱਘ ਲੈਂਦੇ ਰਹੇ ਨੇ, ਵੱਡੇ ਵੱਡੇ ਰਾਜਨੀਤਿਕ ਵੀ ਉਹਦੇ ਪਿਆਰ ਦਾ ਨਿੱਘ ਲੈਂਦੇ ਰਹੇ ਨੇ। ਉਹ ਪਿਆਰ ਦਾ ਇੱਕ ਸਮੁੰਦਰ ਸੀ, ਅਮੁੱਕ ਸੀ। ਪਤਾ ਨਹੀਂ ਇੰਨਾ ਪਿਆਰ ਉਹ ਕਿੱਥੋਂ ਲੈ ਕੇ ਆਇਆ ਸੀ। ਜਦੋਂ ਇਹ ਸਾਡਾ ਭਗਤ ਪੂਰਨ ਸਾਨੂੰ ਛੱਡ ਕੇ ਤੁਰਿਆ ਤਾਂ ਮੈਂ ਉਸ ਦੇ ਪਿਆਰਿਆਂ ਨੂੰ ਬੜਾ ਨੇੜਿਓਂ, ਬੜਾ ਕਰੀਬ ਤੋਂ ਤੱਕਿਆ। ਭਾਵੇਂ ਉਹ ਗੁਰਬਤ 'ਚ ਫਸੇ ਲੋਕ ਹੋਣ ਜਿਨ੍ਹਾਂ ਨੂੰ ਕਰੋਨਾ ਦੇ ਦਿਨਾਂ ਦੌਰਾਨ ਉਹਨਾਂ ਦੇ ਘਰ ਜਾ ਕੇ ਉਹ ਰਾਸ਼ਨ ਪ੍ਰਦਾਨ ਕਰਦਾ ਰਿਹਾ, ਜਾਂ ਉਹਦੇ ਬਹੁਤ ਉੱਚ ਅਹੁਦਿਆਂ 'ਤੇ ਕੰਮ ਕਰਨ ਵਾਲੇ ਵੱਡੀਆਂ ਵੱਡੀਆਂ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਹੈ, ਵੱਡੇ ਵੱਡੇ ਰਾਜਨੀਤਿਕ ਲੋਕ ਅੱਖਾਂ 'ਚੋਂ ਅੱਥਰੂ ਵਹਾ ਕੇ ਵਿਨੋਦ ਨੂੰ ਰੋ ਰਹੇ ਸਨ। ਸ਼ਹਿਰ ਦੀਆਂ ਗਲੀਆਂ, ਕੱਖ, ਪਸ਼ੂ, ਪੰਛੀ ਸਭ ਉਦਾਸ ਹਨ ਉਸ ਦੇ ਤੁਰ ਜਾਣ ਨਾਲ। ਅੰਤ ਵਿੱਚ ਇੰਨਾ ਹੀ ਕਹਿਣਾ ਬਣਦਾ ਹੈ, ਜਦੋਂ ਕਹਿਣਾ ਬਣਦਾ ਹੈ ਕਿ ਬਾਊ ਹਰੀ ਰਾਮ ਅਤੇ ਮਾਤਾ ਜੀ ਦੀ ਕਿਸੇ ਨੇਕ ਨੀਤੀ ਦਾ ਸਿੱਟਾ ਸੀ ਵਿਨੋਦ। ਅੱਜ ਬਾਊ ਹਰੀ ਰਾਮ ਅਤੇ ਮਾਤਾ ਜੀ ਦਾ ਨਾਮ ਵਿਨੋਦ ਦੇ ਤੁਰ ਜਾਣ 'ਤੇ ਲੋਕ ਲੈ ਲੈ ਕੇ ਰੋ ਰਹੇ ਹਨ। ਇੰਨਾ ਮਹਾਨ ਮਨੁੱਖ ਜਿਹਦੇ ਤੁਰ ਜਾਣ ਨਾਲ ਉਸ ਦੀ ਪਹਿਲੀ ਪੀੜ੍ਹੀ ਨੂੰ ਵੀ ਲੋਕ ਰੋਂਦੇ ਹੋਣ, ਇਹ ਬਹੁਤ ਭਾਗਾਂ ਭਰਿਆ ਮਨੁੱਖ ਹੀ ਹੋ ਸਕਦਾ ਹੈ। ਮੈਂ ਇੱਕ ਛੋਟੀ ਜਿਹੀ ਗੱਲ ਵੀ ਉਹਦੀ ਸ਼ੇਅਰ ਕਰਦਾ। ਇੱਕ ਵਾਰ ਵਿਨੋਦ ਜੀ ਕੋਲ ਮੈਂ ਬੈਠਾ ਸਾਂ, ਇੱਕ ਗਰੀਬ 55 ਸਾਲ ਦੀ ਔਰਤ ਆਣ ਕੇ ਕਹਿਣ ਲੱਗੀ, ਪ੍ਰਧਾਨ ਜੀ ਮੇਰੀ ਬੇਟੀ ਦਾ ਵਿਆਹ ਆ ਪਰਸੋਂ ਨੂੰ, ਪਰ ਮੇਰੇ ਕੋਲ ਪੈਸਾ ਕੋਈ ਨਹੀਂ ਹੈ। ਪ੍ਰਧਾਨ ਜੀ ਨੇ ਔਰਤ ਨੂੰ ਦੇ ਦਿੱਤੇ। ਉਹਦੀ ਸੇਵਾ ਦਾ ਜਿਹੜਾ ਢੰਗ ਸੀਗਾ, ਜਿਹੜਾ ਤਰੀਕਾ ਸੀਗਾ, ਉਹ ਆਪਣੇ ਨਿੱਜ ਨੂੰ ਤਿਆਗ ਕੇ ਸੇਵਾ ਕਰਦੇ ਸੀਗੇ। ਉਸ ਬੰਦੇ ਨੇ ਆਪਣਾ ਬੈਂਕ ਬੈਲੈਂਸ ਖੜਾ ਕਰਨ ਬਾਰੇ ਕਦੇ ਨਹੀਂ ਸੋਚਿਆ। ਉਸ ਬੰਦੇ ਨੇ ਆਪਣੇ ਨਿੱਜੀ ਹਾਲਾਤਾਂ ਨੂੰ ਵਿਕਸਿਤ ਕਰਨ ਬਾਰੇ ਕਦੇ ਨਹੀਂ ਸੋਚਿਆ। ਪਰ ਮੇਰੀ ਜਾਚੇ ਉਸਨੇ ਕਦੇ ਕਿਸੇ ਦੁਖੀ ਬੰਦੇ ਨੂੰ ਦੁਖੀ ਵੇਖ ਕੇ ਪਿਘਲਣ ਤੋਂ ਕਦੇ ਢਿੱਲ ਨਹੀਂ ਕੀਤੀ। ਕਿਸੇ ਦਾ ਦੁੱਖ ਉਹਨੂੰ ਹਮੇਸ਼ਾ ਆਪਣਾ ਦੁੱਖ ਲੱਗਦਾ ਸੀ। ਵਿਨੋਦ ਸ਼ਰਮਾ ਜੀ ਇਕੱਲੇ ਆਪਦੇ ਪਰਿਵਾਰ ਦੇ ਪੁੱਤ ਨਹੀਂ ਸਨ, ਉਹ ਪੂਰੇ ਇਲਾਕੇ ਦੇ ਪੁੱਤ ਬਣ ਕੇ ਵਿਚਰੇ ਤੇ ਕਰੋਨਾ ਕਾਲ ਦੌਰਾਨ ਵੀ ਇਹਨਾਂ ਬੜੀ ਸੇਵਾ ਕੀਤੀ। ਜਿੱਥੇ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਾ ਲੋੜਵੰਦ ਪਰਿਵਾਰ ਹੈ, ਉੱਥੇ ਪੱਕਾ ਹੋਇਆ ਭੋਜਨ 2-2 ਟਾਈਮ ਖੁਦ ਗੱਡੀ ਚਲਾ ਕੇ ਜਾਂਦੇ ਰਹੇ। ਫਿਰ ਜਿਵੇਂ ਚੌਂਕਾ ਰਜਨੀ ਦਾ ਇੱਥੇ ਕੰਟੀਨ ਚਲਾਈ ਹੈ। ਕੰਟੀਨਾਂ ਪੂਰੇ ਪੰਜਾਬ ਦੇ 117 ਹਲਕਿਆਂ 'ਚ ਸਰਕਾਰ ਵੱਲੋਂ ਚਲਾਈਆਂ ਗਈਆਂ ਤੇ ਪੂਰੇ ਪੰਜਾਬ 'ਚ ਇਹ ਕੰਟੀਨਾਂ ਲਗਭਗ ਬੰਦ ਹੋ ਚੁੱਕੀਆਂ। ਤੇ ਪੱਟੀ ਹਲਕੇ ਦੀ ਪੱਟੀ ਸ਼ਹਿਰ ਦੇ ਵਿੱਚ ਇਹ ਕੰਟੀਨ, ਜਿੱਥੇ 10 ਰੁਪਏ ਦਾ ਭਰ ਭੇਟ ਖਾਣਾ ਮਿਲਦਾ ਹੈ, ਵਿਨੋਦ ਪ੍ਰਧਾਨ ਦੇ ਕਾਰਨ, ਜਿੱਥੇ ਲੋਕ ਦਿਲ ਖੋਲ੍ਹ ਕੇ ਦਾਨ ਕਰਦੇ ਸਨ। ਇਹ ਕੋਈ ਸਰਕਾਰੀ ਰਸੋਈ ਨਹੀਂ, ਇਹ ਵਿਨੋਦ ਪ੍ਰਧਾਨ ਕਰਕੇ ਲੋਕਾਂ ਦੀ ਰਸੋਈ ਸੀ, ਗਰੀਬਾਂ ਦੀ ਰਸੋਈ ਸੀ। ਤੇ ਪੂਰੇ ਸ਼ਹਿਰ 'ਚ ਨਹੀਂ, ਪੂਰੇ ਪੰਜਾਬ 'ਚ ਇੱਕ ਇਹੋ ਰਸੋਈ ਜਿਹੜੀ ਪੂਰੇ ਵਧੀਆ ਤਰੀਕੇ ਨਾਲ ਪ੍ਰਫੁੱਲਤ ਹੋ ਕੇ ਚੱਲੀ। ਫਿਰ ਗਊਸ਼ਾਲਾ ਚਲਾਉਂਦੇ ਸਨ ਵਿਨੋਦ ਪ੍ਰਧਾਨ ਜੀ, ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਸੰਚਾਲਕ ਸਨ, ਹੋਰ ਕਈ ਤਰ੍ਹਾਂ ਦੀਆਂ ਸਮਾਜ ਸੇਵੀ ਜਿਹੜੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਜੇ ਸ਼ਮਸ਼ਾਨ ਘਾਟਾਂ ਦੀ ਗੱਲ ਕਰ ਲਈਏ ਤਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਇਹਨਾਂ ਨੇ ਸੇਵਾ ਕਰਵਾਈ। ਪਹਿਲਾਂ ਸ਼ੁਰੂਆਤ ਇਲਾਕੇ ਦੇ ਵਿੱਚ ਵਿਨੋਦ ਪ੍ਰਧਾਨ ਜੀ ਨੇ ਕੀਤੀ, ਉਹਦੇ ਬਾਅਦ ਉਹਨਾਂ ਨੂੰ ਵੇਖ ਕੇ ਹੀ ਅੱਗੇ ਦੂਜੇ ਪਿੰਡਾਂ 'ਚ, ਦੂਜੇ ਕਸਬਿਆਂ ਦੇ ਵਿੱਚ ਸੇਵਾ ਕਰਵਾਈ ਜਾਂਦੀ ਰਹੀ। ਇਹੋ ਜਿਹੇ ਇਨਸਾਨ ਦੁਨੀਆ 'ਤੇ ਕਦੇ ਕਦੇ ਜਨਮ ਲੈਂਦੇ ਨੇ ਤੇ ਮੈਂ ਸਮਝਦਾ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਜੀ ਵਰਗੇ ਇਨਸਾਨ ਪੂਰੇ ਪੰਜਾਬ ਦੇ ਵਿੱਚ ਕੋਈ ਚੰਦ ਗਿਣਤੀ ਦੇ ਬੰਦੇ ਹੀ ਹੋਣਗੇ। ਬੜੀ ਸੇਵਾ ਕੀਤੀ ਤੇ ਪੂਰੀ ਆਪਦੀ ਜ਼ਿੰਦਗੀ ਇਨਸਾਨੀਅਤ ਦੇ ਲੇਖੇ, ਪੰਜਾਬ ਦੇ ਲੇਖੇ ਲਾਤੀ। ਆਪਣੇ ਘਰ ਦਾ, ਆਪਣੇ ਪਰਿਵਾਰ ਦਾ ਫਿਕਰ ਨਹੀਂ ਕੀਤਾ, ਲੋਕਾਂ ਦੇ ਫਿਕਰਾਂ 'ਚ, ਲੋਕਾਂ ਦੇ ਕੰਮਾਂ 'ਚ ਆਪਦੀ ਜ਼ਿੰਦਗੀ ਲੰਘਾ ਦਿੱਤੀ। ਮਹਾਨ ਆਤਮਾ ਬਾਬਾ ਵਿਨੋਦ ਜੀ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਜੁੜੀ ਸਾਰੀ ਸੰਗਤ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਜਦੋਂ ਦਾ ਮੈਂ ਇੱਥੇ ਆਇਆ ਉਸ ਟਾਈਮ ਦਾ ਇਹ ਕਰੋਨਾ ਦਾ ਟਾਈਮ ਚੱਲੀ ਜਾਂਦਾ, ਇਸ ਕਰਕੇ ਬਹੁਤਾ ਫੀਲਡ ਦੇ ਵਿੱਚ ਆਉਣਾ ਜਾਂ ਮਿਲਣਾ ਗਿਲਣਾ ਨਹੀਂ ਸੀ ਹੁੰਦਾ। ਪਰ ਉਹਨਾਂ ਨਾਲ ਜਿੰਨੇ ਵਾਰੀ ਮੁਲਾਕਾਤ ਹੋਈ ਉਹਨੇ ਵਾਰੀ ਕੋਈ ਲੋਕ ਸੇਵਾ ਦੇ ਕੰਮ ਲਈ ਗੱਲ ਹੋਣੀ ਸੀ, ਉਹਨੇ ਵਾਰੀ ਉਹਨਾਂ ਦਾ ਭਰਮਾ ਹੁੰਗਾਰਾ ਮਿਲਿਆ। ਇਹ ਐਸੇ ਸਮੇਂ ਚੱਲਦੇ ਨੇ ਜਦੋਂ ਸਿਹਤ ਦੀ ਐਮਰਜੈਂਸੀ ਲੱਗੀ ਹੋਈ ਹੈ, ਜਿਹਦੇ 'ਚ ਬਹੁਤ ਲੋਕ ਦੂਸਰਿਆਂ ਦੀ ਮਦਦ ਲਈ ਨਿਕਲ ਕੇ ਆਉਣਾ ਇਸ ਟਾਈਮ 'ਤੇ ਪਸੰਦ ਨਹੀਂ ਕਰਦੇ, ਪਰ ਉਹਨਾਂ ਨੇ ਕਦੇ ਕਿਸੇ ਨੂੰ ਪਿੱਠ ਨਹੀਂ ਦਿਖਾਈ ਇਸ ਗੱਲ ਦੇ ਵਿੱਚ ਕਿ ਕਿਸੇ ਨੂੰ ਲੰਗਰ ਦੀ ਜ਼ਰੂਰਤ ਹੈ। ਤੇ ਉਸ ਤੋਂ ਵੀ ਵੱਡੀ ਗੱਲ, ਅਕਸਰ ਸਾਨੂੰ ਇਹ ਪ੍ਰੋਬਲਮ ਆਉਂਦੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਖੂਨਦਾਨ ਕੈਂਪ ਨਹੀਂ ਲੱਗ ਸਕਦੇ, ਖੂਨ ਦੀ ਕਮੀ ਹੋ ਜਾਂਦੀ ਹੈ ਹਸਪਤਾਲਾਂ ਦੇ ਵਿੱਚ। ਤਾਂ ਇੱਕੋ ਨਾਂ ਯਾਦ ਆਉਂਦਾ ਸੀ, ਉਹ ਵਿਨੋਦ ਜੀ ਹੋਰਾਂ ਦਾ। ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਜੀ ਹੋ ਜਾਏਗਾ। ਇਸ ਐਮਰਜੈਂਸੀ ਦੇ ਵਿੱਚ ਜਿੰਨੇ ਵਾਰੀ ਲੋੜ ਪਈ, ਉਹ ਇਹਨਾਂ ਨੇ ਖੂਨ ਜਿੰਨਾ ਵੀ ਚਾਹੀਦਾ ਸੀ, ਸਰਕਾਰੀ ਹਸਪਤਾਲ ਨੂੰ ਚਾਹੀਦਾ ਸੀ, ਜਿੱਥੇ ਵੀ ਚਾਹੀਦਾ ਸੀਗਾ, ਉਹਦਾ ਪ੍ਰਬੰਧ ਕੀਤਾ। ਐਸੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਆਪਣੀ ਜਾਨ ਤੇ ਖੇਡ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਨੇ। ਇਹਨਾਂ ਨੇ ਐਸੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਰਸਤਾ ਦਿਖਾਇਆ ਕਿ ਜਦੋਂ ਭੀੜ ਬਣੀ ਹੋਈ ਹੈ ਦੁਨੀਆ ਤੇ, ਉਦੋਂ ਅਸੀਂ ਲੁਕਾਈ ਦੀ ਸੇਵਾ ਕਰੀਏ। ਇਹ ਜੁੜਿਆ ਹੋਇਆ ਇਕੱਠ ਵੀ ਦੱਸਦਾ ਹੈ ਕਿ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਕਿਹੋ ਜਿਹੀਆਂ ਭਾਵਨਾਵਾਂ ਨੇ, ਕਿਹੋ ਜਿਹਾ ਸਤਿਕਾਰ ਤੇ ਪਿਆਰ ਹੈ। ਮੈਂ ਇੱਥੇ ਤੁਹਾਡੇ ਸਾਰਿਆਂ ਨਾਲ ਵਾਅਦਾ ਵੀ ਕਰਦਾ ਕਿ ਜਿਵੇਂ ਅਸੀਂ ਪਹਿਲਾਂ ਇਕੱਠੇ ਸੀ, ਹੁਣ ਵੀ ਅਸੀਂ ਇਸ ਪਰਿਵਾਰ ਦੇ ਨਾਲ ਤੇ ਦੁਆ ਵੀ ਕਰਦਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਸਾਰੇ ਦਾ ਸਾਰਾ ਚੜ੍ਹਦੀ ਕਲਾ 'ਚ ਰਵੇ। ਜਿੰਨੇ ਲੋਕਾਂ ਨਾਲ ਉਹ ਜੁੜੇ ਹੋਏ ਸੀ, ਜਿਨ੍ਹਾਂ ਦਾ ਉਹ ਹੱਥ ਫੜਦੇ ਸੀ, ਉਹ ਸਾਰੇ ਹੁਣ ਉਹਨਾਂ ਨੂੰ ਅਸਮਾਨ ਦੇ ਵਿੱਚੋਂ ਧਰੂ ਤਾਰੇ ਦੀ ਤਰ੍ਹਾਂ ਦੇਖਣ, ਉਹਨਾਂ ਤੋਂ ਸੇਧ ਲੈਣ। ਇੰਨਾ ਕਹਿੰਦਾ ਹੋਇਆ ਮੈਂ ਮਾਫੀ ਮੰਗਦਾ। ਤੇ ਐਮਐਲਏ ਸਾਹਿਬ ਜਿਹੜੀ ਗੱਲ ਕਰਦੇ ਸੀਗੇ, ਉਹਨਾਂ ਦੇ ਕਾਗਜ਼ ਪੱਤਰ ਸਾਡੇ ਵੱਲੋਂ ਸਾਰੇ ਤਿਆਰ ਹੋ ਗਏ ਨੇ, ਫਾਈਲ ਤਿਆਰ ਹੈ। ਅਸੀਂ ਉਹ ਇੱਕ ਅੱਧੇ ਦਿਨ ਦੇ ਵਿੱਚ ਹੀ ਸਰਕਾਰ ਨੂੰ ਭੇਜ ਦੇਵਾਂਗੇ। ਮਹਾਰਾਜ ਬਾਬਾ ਆਨੰਦਗਿਰੀ ਜੀ ਔਰ ਸਾਰੇ ਸਾਡੇ ਵੱਡੇ ਭਾਈ ਪ੍ਰਧਾਨ ਵਿਨੋਦ ਜੀ ਨਾਲ ਪਿਆਰ ਰੱਖਣ ਵਾਲੇ, ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ, ਉਹਨਾਂ ਦੇ ਦੋਸਤ ਮਿੱਤਰ, ਸੰਗੀ ਸਾਥੀ, ਉਹਨਾਂ ਨੂੰ ਸਾਰੇ ਅੱਜ ਨਮਨ ਕਰਨ ਵਾਸਤੇ, ਸ਼ਰਧਾਂਜਲੀ ਭੇਟ ਕਰਨ ਵਾਸਤੇ ਆਏ ਨੇ। ਜਿੱਥੇ ਮੈਂ ਪਰਿਵਾਰ ਵੱਲੋਂ, ਉਹਨਾਂ ਦੀਆਂ ਸੰਸਥਾਵਾਂ ਵੱਲੋਂ ਸੰਗਤ ਦਾ ਧੰਨਵਾਦ ਕਰਨ ਵਾਸਤੇ ਉੱਥੇ ਆਇਆ, ਉੱਥੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਹੁਤ ਦੂਰ ਦਰੇਡੇ ਤੱਕ ਝਾਤੀ ਮਾਰ ਕੇ ਵੇਖਿਆ, ਪਰ ਮੈਨੂੰ ਕੋਈ ਪ੍ਰਧਾਨ ਜੀ ਦਾ ਬਦਲ ਨਜ਼ਰ ਨਹੀਂ ਆਉਂਦਾ। ਮੈਂ ਆਪਣੇ ਸ਼ਹਿਰ ਦੇ ਵਿੱਚ ਵੀ, ਦੂਸਰੇ ਸ਼ਹਿਰਾਂ ਦੇ ਵਿੱਚ ਵੀ ਸਾਰੇ ਲੋਕਾਂ ਵੱਲ ਝਾਤੀ ਮਾਰੀ ਹੈ, ਪਰ ਜਿੰਨੀਆਂ ਸੰਸਥਾਵਾਂ, ਜਿੰਨੇ ਪਰਉਪਕਾਰੀ ਕੰਮ ਪ੍ਰਧਾਨ ਵਿਨੋਦ ਜੀ ਕਰਦੇ ਸਨ, ਕਿਸੇ ਇੱਕ ਬੰਦੇ ਦਾ ਕੀ 10 ਬੰਦਿਆਂ ਵਿੱਚ ਵੀ ਇੰਨੀ ਸਮਰੱਥਾ ਮੈਨੂੰ ਨਜ਼ਰ ਨਹੀਂ ਆਉਂਦੀ। ਅੱਜ ਜਿੰਨੇ ਵੀ ਇੱਥੇ ਲੋਕ ਆਏ ਨੇ, ਹਰ ਇੱਕ ਬੰਦਾ ਮਹਿਸੂਸ ਕਰਦਾ ਕਿ ਮੇਰੀ ਪ੍ਰਧਾਨ ਜੀ ਨਾਲ ਬਹੁਤ ਨੇੜਤਾ ਸੀ। ਹਰ ਇੱਕ ਬੰਦਾ ਮਹਿਸੂਸ ਕਰਦਾ ਕਿ ਮੇਰੀ ਔਖੇ ਵੇਲੇ ਬੜੀ ਮਦਦ ਕੀਤੀ ਹੈ। ਅਸੀਂ ਬੜੇ ਔਖੇ ਪ੍ਰਸ਼ਨ, ਕਠਿਨ ਸਮੇਂ ਦੇ ਵਿੱਚ ਜਦੋਂ ਐਂ ਲੱਗਦਾ ਸੀ ਕਿ ਪ੍ਰਬੰਧ ਹੋਣਾ ਬੜਾ ਮੁਸ਼ਕਲ ਹੈ,
ਤੇ ਅਸੀਂ ਜਦੋਂ ਕਿਤੇ ਪ੍ਰਧਾਨ ਜੀ ਨਾਲ ਗੱਲ ਕਰਨੀ, ਉਹਨਾਂ ਨੇ ਬੜੇ ਸੁਤੇ ਸੁਭਾਅ, ਬੜੇ ਸਹਿਜ ਨਾਲ ਕਹਿਣਾ ਕਿ ਸਾਰਾ ਪ੍ਰਬੰਧ ਕਰ ਲਵਾਂਗੇ। ਉਹ ਇੱਕ ਐਸੀ ਚੱਲਦੀ ਫਿਰਦੀ ਸੰਸਥਾ ਸੀ ਕਿ ਹਰ ਇੱਕ ਬੰਦਾ ਉਹਨਾਂ ਤੇ ਮਾਣ ਕਰ ਸਕਦਾ ਸੀ। ਜਦੋਂ ਦੀ ਉਹਨਾਂ ਨੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਚਲਾਈ ਹੈ, ਹਜ਼ਾਰਾਂ ਲੋੜਵੰਦ ਲੋਕ, ਦੇਖੋ ਆਮ ਤੌਰ ਤੇ ਕਹਿੰਦੇ ਸੁੱਖ ਵੇਲੇ ਤੇ ਸਾਰੇ ਸਾਥੀ ਹੁੰਦੇ ਨੇ, ਜਦੋਂ ਬੰਦੇ ਦੀ ਚੜ੍ਹਦੀ ਕਲਾ ਹੋਵੇ ਉਦੋਂ ਆਲੇ ਦੁਆਲੇ ਲੋਕ ਬੜੇ ਟੁੱਕ ਟੁੱਕ ਕੇ ਬਹਿੰਦੇ ਨੇ, ਪਰ ਜਦੋਂ ਵਿਪਤਾ ਪੈਂਦੀ ਹੈ, ਜਦੋਂ ਕਿਸੇ ਦਾ ਮਰੀਜ਼ ਕਿਸੇ ਹਸਪੀਟਲ 'ਚ ਪਿਆ ਹੁੰਦਾ ਹੈ, ਡਾਕਟਰ ਕਹਿੰਦੇ ਕਿ ਫਲਾਣੇ ਗਰੁੱਪ ਦਾ ਇੰਨਾ ਖੂਨ ਚਾਹੀਦਾ ਹੈ, ਉਸ ਵੇਲੇ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ। ਅੱਜ ਤੋਂ ਪਿਛਲੇ 20-25 ਸਾਲਾਂ ਤੋਂ ਹਰ ਕੋਈ ਬੰਦਾ ਵਿਨੋਦ ਪ੍ਰਧਾਨ ਜੀ ਨੂੰ ਯਾਦ ਕਰਦਾ ਸੀ। ਮੈਂ ਕਿਸੇ ਅੰਮ੍ਰਿਤਸਰ ਡਾਕਟਰ ਸਾਹਿਬ ਕੋਲ ਬੈਠਾ, ਉਹ ਮੈਨੂੰ ਕਹਿੰਦੇ ਯਾਰ ਇੱਕ ਪੱਟੀ ਦਾ ਪਟਵਾਰੀ ਸੀ, ਜਦੋਂ ਕਿਤੇ ਖੂਨ ਲੋੜ ਪੈਂਦੀ ਸੀ ਉਹ ਸਾਡੀ ਲੋੜ ਪੂਰੀ ਕਰ ਦਿੰਦਾ ਸੀ। ਮੈਂ ਕਿਹਾ ਉਹੀ ਵਿਨੋਦ ਪ੍ਰਧਾਨ ਸੀ। ਕਿਸੇ ਕੋਲੇ ਪਟਵਾਰੀ ਕਰਕੇ ਜਾਣ ਪਛਾਣ ਸੀ, ਕਿਸੇ ਕੋਲੇ ਪ੍ਰਧਾਨ ਕਰਕੇ ਜਾਣ ਪਛਾਣ ਸੀ। ਮੈਂ ਸਮਝਦਾ ਕਿ ਸਦੀਆਂ ਦੇ ਵਿੱਚ, ਦਹਾਕਿਆਂ ਦੇ ਵਿੱਚ, ਯੁੱਗਾਂ ਦੇ ਵਿੱਚ ਬਹੁਤ ਘੱਟ ਐਸੇ ਲੋਕ ਆਉਂਦੇ ਨੇ ਜਿਹੜੇ ਹਜ਼ਾਰਾਂ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਉਹਨਾਂ ਦਾ ਸਾਇਆ, ਉਹਨਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਹਿਯੋਗ ਤੇ ਸਾਥ ਦਿੰਦੇ ਨੇ। ਐਸੇ ਪ੍ਰੋਗਰਾਮ, ਐਸੇ ਕੰਮ ਇਸ ਇਲਾਕੇ ਦੇ ਵਿੱਚ ਜਦੋਂ ਵੀ ਕਿਤੇ ਸੰਕਟ ਆਇਆ, ਜਦੋਂ ਕਿਤੇ ਸਾਡੇ ਬਾਰਡਰ ਤੇ ਲੜਾਈਆਂ ਲੱਗੀਆਂ ਗਈਆਂ, ਜੰਗ ਲੱਗ ਗਈ, ਮਾਣਯੋਗ ਡੀਸੀ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਆਏ ਨੇ। ਪ੍ਰਧਾਨ ਜੀ ਨੂੰ ਨਮਨ ਕਰਨ ਵਾਸਤੇ ਅਸੀਂ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ। ਪਰ ਜਦੋਂ ਸਰਹੱਦਾਂ ਤੇ ਲੜਾਈ ਲੱਗਦੀ ਸੀ ਤੇ ਲੋਕਾਂ ਨੇ ਆਪਣੀ ਜੁੱਲੀ ਬਿਸਤਰੀ ਚੁੱਕ ਕੇ ਪੱਟੀ ਵਿੱਚ ਆ ਜਾਣਾ ਤੇ ਪੱਟੀ ਵਿੱਚ ਉਹਨਾਂ ਲੋਕਾਂ ਦੀ ਬਾਹ ਫੜਨੀ। ਅੱਤਵਾਦ ਦੇ ਸਮੇਂ ਵਿੱਚ ਜਦੋਂ ਕੋਈ ਪਤਾ ਨਹੀਂ ਸੀ ਲੱਗਦਾ ਕਿਹੜੇ ਪਾਸਿਓਂ ਗੋਲੀ ਆਉਣੀ ਹੈ, ਉਸ ਵੇਲੇ ਵੀ ਲੋੜਵੰਦਾਂ ਦੀ ਮਦਦ ਕਰਨੀ। ਤੇ ਜੇ ਕਿਤੇ 2017 ਤੋਂ ਲੈ ਕੇ ਜਦੋਂ ਦਾ ਚੌਂਕਾ ਬੀਬੀ ਰਜਨੀ ਸ਼ੁਰੂ ਕੀਤਾ ਹੈ, ਮੈਂ ਸਮਝਦਾ ਕਿ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਹੈ। ਬਈ ਬੜੇ ਲੋਕਾਂ ਨੇ ਕਿਚਨਾਂ ਖੋਲੀਆਂ ਹੋਣਗੀਆਂ, ਕੋਈ ਮਹੀਨਾ ਚਲਾ ਕੇ ਬੰਦ ਕਰ ਦਿੱਤੀ, ਕਿਸੇ ਨੇ ਸਾਲ ਚਲਾ ਕੇ ਬੰਦ ਕਰ ਦਿੱਤੀ, ਪਰ ਪ੍ਰਧਾਨ ਜੀ ਦੀ ਬਦੌਲਤ ਹੈ 2017 ਤੋਂ ਲੈ ਕੇ ਅੱਜ ਤੱਕ ਇੱਕ ਦਿਨ ਵੀ ਉਹਦਾ ਦਰਵਾਜ਼ਾ ਬੰਦ ਨਹੀਂ ਹੋਣ ਦਿੱਤਾ ਗਰੀਬਾਂ ਵਾਸਤੇ। ਮੈਨੂੰ ਬਹੁਤ ਸਾਰੇ ਲੋਕ ਮਿਲੇ। ਇੱਕ ਬੰਦਾ ਸੀ, ਉਹ ਕਿਸੇ ਬੱਸ ਵਿੱਚ ਕਨੈਕਟ ਨਹੀਂ ਕਰਦਾ ਸੀ। ਉਹ ਕਹਿੰਦਾ ਸੀ ਮੈਨੂੰ ਬੱਸ ਵਾਲੇ ਰੋਜ਼ 50 ਰੁਪਏ ਦਿੰਦੇ ਸੀ ਖਾਣੇ ਵਾਸਤੇ, ਤੇ ਜਦੋਂ ਦਾ ਪ੍ਰਧਾਨ ਜੀ ਨੇ ਚੌਂਕਾ ਸ਼ੁਰੂ ਕੀਤਾ ਮੈਂ 10 ਰੁਪਏ ਦਾ ਖਾਣਾ ਖਾ ਲੈਣਾ ਤੇ 40 ਰੁਪਏ ਦਾ ਫਰੂਟ ਲੈ ਕੇ ਆਪਣੇ ਬੱਚਿਆਂ ਵਾਸਤੇ ਘਰ ਲੈ ਜਾਂਦਾ। ਮੇਰੇ ਬੱਚੇ ਵੀ ਖੁਸ਼ ਹੋ ਜਾਂਦੇ। ਐਸਾ ਪਰਉਪਕਾਰੀ ਸੱਜਣ। ਜੇ ਕਿਸੇ ਗਰੀਬ ਗੁਰਬੇ ਦੇ ਘਰ ਭੋਗ ਆਉਣਾ, 200-400 ਬੰਦਿਆਂ ਦੀ ਰੋਟੀ ਪਕਾ ਕੇ ਘਰੇ ਭੇਜ ਦੇਣੀ। ਇਹੋ ਜਿਹਾ ਸਹਿਯੋਗ ਕਰੋਨਾ ਕਾਲ ਦੇ ਵਿੱਚ। ਅੱਜ ਮਾਣਯੋਗ ਡੀਸੀ ਸਾਹਿਬ ਆਏ ਨੇ, ਸਾਰੇ ਆਗੂ ਸਾਹਿਬਾਨ ਆਏ ਨੇ। ਕਰੋਨਾ ਕਾਲ ਦਾ ਇੱਕ ਐਸਾ ਸੰਕਟ ਆਇਆ, ਜਦੋਂ ਪਿਛਲਾ ਲਾਕਡਾਊਨ ਲੱਗਿਆ ਉਦੋਂ ਲੋਕਾਂ ਦੇ ਚੁੱਲ੍ਹੇ ਬੰਦ ਹੋ ਗਏ, ਲੋਕਾਂ ਦੀ ਕਮਾਈ ਦੇ ਸਾਧਨ ਖਤਮ ਹੋ ਗਏ, ਦੁਕਾਨਦਾਰੀਆਂ ਬੰਦ ਹੋ ਗਈਆਂ, ਲੇਬਰ ਬੰਦ ਹੋ ਗਈ। ਪਰ ਉਸ ਵੇਲੇ ਪ੍ਰਧਾਨ ਜੀ ਨੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਬਸਤੀਆਂ ਦੀ, ਉਹਨਾਂ ਘਰਾਂ ਦੀ ਪਹਿਚਾਣ ਕਰਕੇ ਜਿਨ੍ਹਾਂ ਨੂੰ ਲੋੜ ਸੀ, ਉਹਨਾਂ ਲੋਕਾਂ ਦੇ ਕੋਲੇ ਖਾਣਾ ਪਹੁੰਚਾਇਆ, ਉਹਨਾਂ ਲੋਕਾਂ ਦੀ ਬਾਹ ਫੜੀ। ਜਦੋਂ ਕਿਸੇ ਨੂੰ ਲੋੜ ਪੈਣੀ ਕਿ ਸਾਡਾ ਫਲਾਣਾ ਬੰਦਾ ਬਿਮਾਰ ਹੈ, ਉਹਦੀ ਮਦਦ ਕਰਨੀ ਹੈ, ਉਹਦਾ ਹਸਪਤਾਲ ਵਿੱਚ ਪ੍ਰਬੰਧ ਕਰਨਾ ਹੈ। ਜੇ ਕਿਸੇ ਨੇ ਕਹਿਣਾ ਕਿ ਮੇਰੀ ਲੱਤ ਜਾਂ ਬਾਹ ਕੱਟੀ ਹੈ, ਲਾਉਣੀ ਹੈ, ਆਰਟੀਫੀਸ਼ੀਅਲ ਲਿੰਬ ਦਾ ਪ੍ਰਬੰਧ ਕਰਨਾ ਹੈ। ਜੇ ਕਿਸੇ ਨੇ ਕਹਿਣਾ ਕਿ ਮੈਂ ਪੋਲੀਓ ਕਰਕੇ ਅਪਾਹਜ ਹੈ, ਮੈਨੂੰ ਟ੍ਰਾਈਸਾਈਕਲ ਚਾਹੀਦੀ ਹੈ, ਤੇ ਪ੍ਰਧਾਨ ਜੀ ਨੇ ਟ੍ਰਾਈਸਾਈਕਲ ਦੇ ਦੇਣੀ। ਜੇ ਕਿਸੇ ਦੇ ਘਰੇ ਕੋਈ ਬਿਮਾਰ ਹੈ, ਉਹਦੇ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਕਰ ਦੇਣਾ।
ਜੇ ਕੋਈ ਪ੍ਰਾਣ ਤਿਆਗ ਗਿਆ, ਮ੍ਰਿਤੂ ਹੋ ਗਿਆ, ਉਹਦੇ ਵਾਸਤੇ ਮੋਰਚਰੀ ਮਸ਼ੀਨ ਦਾ ਪ੍ਰਬੰਧ ਕਰਕੇ ਪਿੰਡਾਂ ਵਿੱਚ ਭੇਜ ਦਿੰਦੇ। ਜੇ ਅਖੀਰ ਤੇ ਕਿਸੇ ਨੂੰ ਸੰਸਕਾਰ ਦੀ ਲੋੜ ਪਈ, ਉਹਦੇ ਵਾਸਤੇ ਸ਼ਮਸ਼ਾਨ ਘਾਟ ਦਾ ਪ੍ਰਬੰਧ ਕਰਵਾ ਦਿੰਦੇ। ਔਰ ਅਨੇਕਾਂ ਹੀ ਬੇਜੁਬਾਨ ਸਾਡੇ ਬੱਚੀਆਂ ਬੱਚੇ ਬਾਲ ਗਊਸ਼ਾਲਾ ਖੋਲੀ ਹੈ। ਇੱਕ ਐਸਾ ਕਨਸੈਪਟ ਹੈ ਜਿਹੜਾ ਕਨਸੈਪਟ ਕਿਧਰੇ ਦਿਖਾਈ ਨਹੀਂ ਦਿੰਦਾ। ਉਹ ਮੈਂ ਹੁਣੇ ਵੇਖ ਕੇ ਤੁਰਿਆ ਆ ਰਿਹਾ ਸੀ ਸ਼ਮਸ਼ਾਨ ਘਾਟ ਵਾਲੇ ਪਾਸਿਓਂ। ਅੱਜ ਉਹ ਵੀ ਬੇਜ਼ਬਾਨ ਜਿਹੜੇ ਨੇ ਪਸ਼ੂ, ਉਹ ਵੀ ਉਡੀਕਦੇ ਹੋਣਗੇ ਕਿ ਸਾਡਾ ਵਾਲੀ ਵਾਰਸ ਕਿੱਥੇ ਗਿਆ। ਔਰ ਕਰੋਨਾ ਕਾਲ ਦੇ ਵਿੱਚ ਜਿਹੜੀ ਸੇਵਾ ਕੀਤੀ ਹੈ, ਮੈਂ ਇਹਦਾ ਆਸਾਨ ਭੁੱਲ ਨਹੀਂ ਸਕਦਾ। ਜੋ ਸੰਕਰਮਣ ਉਹਨਾਂ ਨੂੰ ਇਨਫੈਕਸ਼ਨ ਹੋਈ, ਉਹ ਵੀ ਹਰਿਦੁਆਰ ਕਿਸੇ ਦੀ ਸੇਵਾ ਕਰਨ ਵਾਸਤੇ ਗਏ, ਔਰ ਉੱਥੋਂ ਆਪ ਬਿਮਾਰ ਹੋ ਕੇ ਆ ਗਏ। ਇੱਕ ਇਹਨਾਂ ਦਾ ਸਾਥੀ ਚੜ੍ਹਾਈ ਕਰ ਗਿਆ ਕਰੋਨਾ ਕਰਕੇ, ਉਹਨਾਂ ਦਾ ਸੰਸਕਾਰ ਹੱਥੀਂ ਕੀਤਾ, ਪ੍ਰਬੰਧ ਕੀਤਾ, ਆਪ ਪੀੜਤ ਹੋ ਗਏ। ਸੱਜਣਾ ਮਿੱਤਰਾਂ ਨੇ ਸਲਾਹ ਦਿੱਤੀ ਕਿ ਚੰਗਾ ਦਵਾਈ ਦਾਰੂ ਕਰ ਲਈਏ, ਪਰ ਨਹੀਂ। ਅਖੀਰ ਤੱਕ ਜਦੋਂ ਤੱਕ ਇਹਨਾਂ ਦੀ ਹਾਰਟ ਬੀਟ ਘਟ ਨਹੀਂ ਗਈ, ਉਦੋਂ ਤੱਕ ਆਪਣੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਕਰ ਰਹੇ ਸਨ ਕਿ ਫਲਾਣੇ ਥਾਂ ਤੋਂ ਜਾ ਕੇ ਕਣਕ ਦੀਆਂ ਬੋਰੀਆਂ ਚੁੱਕ ਲਿਆਓ, ਕਿਤੇ ਚੌਂਕਾ ਬੰਦ ਨਾ ਹੋ ਜਾਏ। ਐਸੀ ਰੂਹ ਜਿਹੜੀ ਹੈ ਕਿ ਦੇਖੋ ਕੋਈ ਨਹੀਂ ਲੱਭਣਾ। ਯੁੱਗ ਪੁਰਸ਼ ਨੇ, ਯੁੱਗਾਂ ਦੇ ਵਿੱਚ ਕੋਈ ਬੰਦਾ ਐਸਾ ਹੁੰਦਾ ਹੈ, ਅਸੀਂ ਆਪੋ ਆਪਣੇ ਵੱਲ ਝਾਤੀ ਮਾਰੀਏ, ਪਰਿਵਾਰਾਂ ਦੇ ਕੰਮ ਨਹੀਂ ਸੰਭਾਲੇ ਜਾਂਦੇ, ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸੰਭਾਲੀਆਂ ਜਾਂਦੀਆਂ। ਪਰ ਐਸਾ ਮਨੁੱਖ ਜਿਹਨੇ ਸਾਰੀ ਜ਼ਿੰਦਗੀ ਆਪਣੀ ਸਮਰਪਿਤ ਕਰ ਦਿੱਤੀ ਹੋਵੇ। ਮੈਂ ਜਦੋਂ ਵੇਖਦਾ ਰਿਹਾ, ਜਾਂ ਇਸ ਦੁਰਗਾਨੰਦ ਪਾਰਕ ਦੇ ਵਿੱਚ, ਜਾਂ ਪਰਲੇ ਪਾਸੇ ਡਾਕਟਰ ਸੁਦਰਸ਼ਨ ਤ੍ਰਿਣ ਪਾਰਕ ਦੇ ਵਿੱਚ, ਜਾਂ ਕਿਤੇ ਹਸਪਤਾਲ ਦੇ ਵਿੱਚ ਖੂਨਦਾਨ ਦਾ ਪ੍ਰਬੰਧ ਕਰਨਾ, ਕਿਤੇ ਉਹ ਕੈਂਪ ਲਾਉਣਾ, ਉੱਥੇ ਹੋਣਾ, ਕਿਤੇ ਚੌਂਕੇ ਵਾਲੇ ਥਾਂ ਤੇ ਪ੍ਰਬੰਧ ਕਰਨਾ। ਜੇ ਮੰਡੀ ਦੇ ਵਿੱਚ ਕਿਤੇ ਝੋਨਾ ਤੇ ਕਣਕ ਆਇਆ, ਉੱਥੇ ਲੇਬਰ ਵਾਸਤੇ ਰੋਟੀ ਉੱਥੇ ਪ੍ਰਬੰਧ ਕਰਦੇ ਨੇ ਵੀ ਕਿਤੇ ਲੇਬਰ ਨੂੰ ਇੱਥੇ ਚੌਂਕੇ ਤੱਕ ਨਾ ਆਉਣਾ ਪਵੇ। ਐਸਾ ਬੰਦਾ ਹੋ ਸਕਦਾ। ਔਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹਾ ਬੰਦਾ ਜਿਹੜਾ ਸਾਡੇ ਕੋਲ ਗਵਾਚਿਆ ਮੁੜ ਕੇ ਵਾਪਸ ਨਹੀਂ ਆਉਂਦਾ। ਜਿਨ੍ਹਾਂ ਨੇ ਕਰੋਨਾ ਨਾਲ ਲੜਾਈ ਲੜਦਿਆਂ ਜਾਨ ਕੁਰਬਾਨ ਕੀਤੀ ਹੈ, ਉਹ ਪੰਜਾਬ ਸਰਕਾਰ ਦੇ ਕਾਗਜ਼ਾਂ ਵਿੱਚੋਂ ਸ਼ਹੀਦ ਨੇ। ਔਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਾਂ ਸਰਕਾਰੀ ਤੌਰ ਤੇ ਇਸ ਗੱਲ ਦਾ ਸਰਟੀਫਿਕੇਟ ਦੇ ਕੇ ਜਾਣਾ ਹੈ, ਇਸ ਗੱਲ ਦਾ ਉਹਨਾਂ ਨੂੰ ਸਨਮਾਨ ਕਰਨਾ ਹੈ ਕਿ ਬੇਸ਼ੱਕ ਹਰ ਇੱਕ ਨੇ ਤੁਰ ਜਾਣਾ ਹੈ, ਪਰ ਜਿਹੜੀ ਮੌਤ ਜਿਸ ਤਰੀਕੇ ਦੇ ਨਾਲ ਉਹ ਸਾਨੂੰ ਛੱਡ ਕੇ ਗਏ ਨੇ, ਉਹ ਸਾਡੇ ਸ਼ਹੀਦ ਨੇ। ਔਰ ਅੱਜ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਬਹੁਤ ਮਹਾਨ ਆਤਮਾ ਹੈ, ਉਹਨਾਂ ਦੇ ਸਬੰਧ ਦੇ ਵਿੱਚ ਜਿੰਨਾ ਵੀ ਸਨਮਾਨ ਕੀਤਾ ਜਾਵੇ ਥੋੜਾ ਹੈ। ਔਰ ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਪੱਟੀ ਹਸਪਤਾਲ ਦੇ ਵਿੱਚ ਇੱਕ MCH ਜੱਚਾ ਬੱਚਾ ਸੰਭਾਲ ਕੇਂਦਰ, ਉਹ 7.5 ਕਰੋੜ ਰੁਪਏ ਦੇ ਹਿਸਾਬ ਨਾਲ ਬਿਲਡਿੰਗ ਬਣਨੀ ਹੈ। ਔਰ ਉਸ ਬਿਲਡਿੰਗ ਦਾ ਨਾਮ ਵੀ ਸਾਡੇ ਵੀਰ ਸ਼ਹੀਦ ਵਿਨੋਦ ਸ਼ਰਮਾ ਦੇ ਨਾਂ ਤੇ ਰੱਖਿਆ ਜਾਏਗਾ। ਇੱਕ ਮੈਂ ਉਸ ਦਿਨ ਕਹਿ ਕੇ ਗਿਆ ਸੀ ਕਿ ਉਹਦੀ ਯਾਦਗਾਰ ਜਿੱਥੇ ਵੀ ਬਣਾਉਣੀ ਹੋਵੇ, ਬਾਬਾ ਜੀ ਹੁਕਮ ਕਰਨਗੇ, ਪਰਿਵਾਰ ਹੁਕਮ ਕਰੇਗਾ, ਉਹਦੀ ਯਾਦਗਾਰ ਵਾਸਤੇ 10 ਲੱਖ ਰੁਪਈਆ ਅਸੀਂ ਹੋਰ ਦਿਆਂਗੇ। ਔਰ ਜਿਸ ਥਾਂ ਤੇ ਅਸੀਂ ਡਾਕਟਰ ਸੁਦਰਸ਼ਨ ਤ੍ਰਿਣ ਪਾਰਕ ਬਣਾਇਆ, ਮੈਂ ਬਾਬਾ ਜੀ ਨਾਲ ਵੀ ਸਲਾਹ ਕਰ ਰਿਹਾ ਸੀ ਕਿ ਉੱਥੇ ਬੈਠ ਕੇ ਹਰ ਰੋਜ਼ ਡਾਇਰੈਕਸ਼ਨ ਦਿੰਦੇ ਸਨ, ਹੱਥ ਵਿੱਚ ਮਾਈਕ ਫੜ ਕੇ ਉੱਥੇ ਸੈਰ ਕਰਨ ਵਾਲਿਆਂ ਨੂੰ ਡਾਇਰੈਕਸ਼ਨਾਂ ਦਿੰਦੇ ਸਨ। ਜੇ ਕਰੋਨਾ ਆ ਗਿਆ, ਉੱਥੇ ਗਿਣਤੀ ਘਟਾ ਦੇਣੀ, ਸਮਾਂ ਘਟਾ ਦੇਣਾ। ਔਰ ਉੱਥੇ ਉਸ ਪਾਰਕ ਦੇ ਵਿੱਚ ਮੈਂ ਚਾਹੁੰਦਾ ਕਿ ਪ੍ਰਧਾਨ ਜੀ ਦਾ ਬੁੱਤ ਲੱਗੇ, ਤਾਂ ਕਿ ਲੋਕਾਂ ਨੂੰ ਲੱਗੇ ਕਿ ਸਾਖਸ਼ਾਤ ਪ੍ਰਧਾਨ ਜੀ ਸਾਡੇ ਵਿੱਚ ਬੈਠੇ। ਜਗ੍ਹਾ ਤੁਸੀਂ ਮੁਕਰਰ ਕਰ ਲਿਓ, ਵਧੀਆ ਬੁੱਤ ਅਸੀਂ ਬਣਾ ਕੇ ਲਾਵਾਂਗੇ, ਆਪਾਂ ਉੱਥੇ ਲਾ ਦੇਣਾ। ਇੱਕ ਉਹਦੇ ਪਿੱਛੇ ਇੱਕ ਸਾਡਾ ਕਨਸੈਪਟ ਸੀ, ਇੱਕ ਓਪਨ 에ਅਰ ਥੀਏਟਰ ਬਣਾਉਣਾ ਜਿਹੜਾ ਇਨਕੰਪਲੀਟ ਰਹਿ ਗਿਆ। ਉਹ ਮੈਂ ਇਹਨਾਂ ਨੇ ਕਈ ਵਾਰੀ ਸਲਾਹ ਕੀਤੀ ਕਿ ਆਪਾਂ ਉਹਨੂੰ ਕੰਪਲੀਟ ਕਰਕੇ 500 ਬੰਦੇ ਦੀ ਬੈਠਣ ਦੀ ਸੀਟਿੰਗ ਅਰੇਂਜਮੈਂਟ ਕਰਕੇ ਆਪਾਂ ਉਹਨੂੰ ਕੰਪਲੀਟ ਕਰਨਾ ਹੈ। ਔਰ ਉਹ ਵੀ ਮੈਂ ਚਾਹੁੰਦਾ ਵਾਂ ਕਿ ਜਿਹੜਾ ਓਪਨ 에ਅਰ ਥੀਏਟਰ ਬਣਾਉਣਾ ਹੈ, ਉਹ ਵੀ ਸਾਡੇ ਵੱਡੇ ਵੀਰ ਵਿਨੋਦ ਪ੍ਰਧਾਨ ਜੀ ਦੇ ਨਾਂ ਤੇ ਓਪਨ 에ਅਰ ਥੀਏਟਰ ਹੋਏਗਾ ਸਾਡੇ ਪਾਰਕ ਦੇ ਵਿੱਚ। ਉਹਦੀ ਯਾਦ ਜਿਹੜੀ ਹੈ, ਜਿਵੇਂ ਡਾਕਟਰ ਸੁਦਰਸ਼ਨ ਤ੍ਰਿਣ ਜੀ, ਜਿਨ੍ਹਾਂ ਨੂੰ ਅੱਜ ਤੋਂ 35 ਸਾਲ ਪਹਿਲਾਂ ਸਾਡੇ ਕੋਲੋਂ ਖੋਲ੍ਹਿਆ ਸੀ, ਔਰ ਜਦੋਂ ਅਸੀਂ ਉੱਥੇ ਪਾਰਕ ਬਣਾ ਰਹੇ ਸੀ ਤੇ ਮਨ ਵਿੱਚ ਆਇਆ ਕਿ ਉਹਨਾਂ ਦਾ ਨਾਂ ਇਸ ਤਰੀਕੇ ਨਾਲ ਉੱਥੇ ਉਕਰਿਆ ਜਾਵੇ ਜਿਹੜਾ ਲੋਕਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ, ਉਹ ਰਾਤ ਨੂੰ ਵੀ ਜਗਦਾ ਰਹੇ। ਅਸੀਂ ਉੱਥੇ ਜਦੋਂ ਉਹਦਾ ਨਾਂ ਲਿਖਿਆ ਡਾਕਟਰ ਸੁਦਰਸ਼ਨ ਤ੍ਰਿਣ ਪਾਰਕ,
ਉਹਦੇ ਵਿੱਚ ਲਾਈਟਾਂ ਫਿੱਟ ਕੀਤੀਆਂ ਤਾਂ ਕਿ 24 ਘੰਟੇ ਉਹ ਨਾਂ ਲੋਕਾਂ ਨੂੰ ਰੋਸ਼ਨ ਰਹੇ, ਲੋਕਾਂ ਨੂੰ ਜਗਦਾ ਰਹੇ, ਦਿਖਦਾ ਰਹੇ। ਔਰ ਪ੍ਰਧਾਨ ਜੀ ਦਾ ਨਾਮ ਹੀ ਇਸੇ ਤਰ੍ਹਾਂ ਹੀ ਪੱਟੀ ਨਹੀਂ ਬਲਕਿ ਸਾਰੇ ਇਲਾਕੇ ਵਿੱਚ ਰੋਸ਼ਨ ਰਹੇਗਾ। ਜਿਹੜੀਆਂ ਸੰਸਥਾਵਾਂ ਉਹ ਚਲਾ ਰਹੇ ਸਨ, ਜੋ ਸਮਾਜਿਕ ਕਾਰਜ ਕਰ ਰਹੇ ਸਨ, ਉਹ ਸਾਰੇ ਕਾਰਜ ਬਾਬਾ ਜੀ ਨਾਲ ਸਲਾਹ ਕਰਕੇ, ਮਹਾਰਾਜ ਜੀ ਨਾਲ, ਉਹਨਾਂ ਦੇ ਸੰਗੀਆਂ ਸਾਥੀਆਂ ਨਾਲ, ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਇਹ ਹੈ ਵੀ ਕੋਈ ਕਾਰਜ ਢਿੱਲਾ ਨਾ ਪਵੇ, ਕੋਈ ਕੰਮ ਜਿਹੜਾ ਉਹ ਢਿੱਲਾ ਨਾ ਰਵੇ। ਔਰ ਉਹਨਾਂ ਨੂੰ ਆਪਾਂ ਸਾਰੇ ਉਸੇ ਤਰ੍ਹਾਂ ਹੀ ਚੌਂਕਾ ਚੱਲੇ, ਉਸੇ ਤਰ੍ਹਾਂ ਹੀ ਪਾਰਕ ਦਾ ਪ੍ਰਬੰਧ ਹੋਵੇ, ਉਸੇ ਤਰ੍ਹਾਂ ਕਤਲੂਈ ਮੰਦਿਰ ਦੀ ਸੇਵਾ ਹੋਵੇ, ਉਸੇ ਤਰ੍ਹਾਂ ਹੀ ਗਊ ਬਾਲਸ਼ਾਲਾ ਜਿਹੜੀ ਗਊਸ਼ਾਲਾ ਬਾਲ ਗਊਸ਼ਾਲਾ ਹੈ ਉਹਦਾ ਪ੍ਰਬੰਧ ਹੋਵੇ, ਸ਼ਮਸ਼ਾਨ ਘਾਟ ਉਹਦੇ ਵਾਸਤੇ ਅਸੀਂ ਬਾਬਾ ਜੀ 20 ਲੱਖ ਰੁਪਏ ਦਾ ਹੋਰ ਪ੍ਰਬੰਧ ਕਰ ਰਹੇ। ਜਿਹੜੀ ਸ਼ਮਸ਼ਾਨ ਘਾਟ ਉਹ ਚਲਾ ਰਹੇ ਸਨ ਉਹਦੇ ਵਿੱਚ ਉਹਨਾਂ ਨੇ ਕੋਈ ਤਰੁੱਟੀਆਂ, ਇੱਕ ਮਸ਼ੀਨ ਅਸੀਂ ਲਾਉਣੀ ਹੈ ਜਿਹੜੀ ਸੰਸਕਾਰ ਕਰਨ ਵਾਸਤੇ LPG ਦੀ ਭੱਠੀ ਲਾਉਣੀ ਹੈ, ਔਰ ਉਹ ਅਸੀਂ ਉੱਥੇ ਲਾ ਕੇ ਉਹਨਾਂ ਨੇ ਕਿਹਾ ਸੀ ਕਿ ਕਈ ਵਾਰੀ ਇਹੋ ਜਿਹੇ ਬਿਮਾਰ ਪੇਸ਼ੈਂਟ ਹੁੰਦੇ ਜਿਨ੍ਹਾਂ ਦਾ ਸੰਸਕਾਰ ਕਰਨਾ ਬੜਾ ਔਖਾ ਹੋ ਜਾਂਦਾ ਹੈ, ਔਰ ਉਹਦੇ ਵਾਸਤੇ ਅਸੀਂ LPG ਦੀ ਭੱਠੀ ਸਭ ਤੋਂ ਪਹਿਲਾਂ ਅਸੀਂ ਇੱਥੇ ਲਾਵਾਂਗੇ। ਪ੍ਰਧਾਨ ਜੀ ਦਾ ਸੁਪਨਾ ਸੀ, ਉਹਨਾਂ ਦੀ ਸੋਚ ਸੀ, ਔਰ ਉਹ ਜਿਹੜੀ ਸਾਰੀ ਚੀਜ਼ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਾਂਗੇ, ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਆ ਜਿਹੜੇ ਬੱਚੇ ਨੇ, ਸਾਡਾ ਜਤਨ ਤੇ ਸਾਡਾ ਸੱਚਨ ਨੇ, ਸਾਡੇ ਛੋਟੇ ਵੀਰ ਨੇ, ਇਹ ਇਹਨਾਂ ਦੀਆਂ ਸ਼ਕਲਾਂ ਦੇ ਵਿੱਚੋਂ ਅਸੀਂ ਪ੍ਰਧਾਨ ਜੀ ਦੇ ਦਰਸ਼ਨ ਕਰਨੇ। ਪਰਮਾਤਮਾ ਇਹਨਾਂ ਨੂੰ ਹਿੰਮਤ ਬਖਸ਼ੇ, ਔਰ ਸਾਰੀਆਂ ਜ਼ਿੰਮੇਵਾਰੀਆਂ ਇਹਨਾਂ ਨੇ ਅੱਗੇ ਲਾ ਕੇ ਚੁੱਕਣੀਆਂ ਨੇ। ਸਾਰੇ ਉਹਨਾਂ ਦੇ ਸੰਗੀ ਸਾਥੀ ਟੀਮ ਬਣਾ ਕੇ ਇਹਨਾਂ ਦੇ ਨਾਲ ਚੱਲਣਗੇ। ਔਰ ਕਿਸੇ ਗੱਲੋਂ ਬੱਚਿਓ ਇਹ ਨਾ ਕਿਤੇ ਸੋਚਿਓ ਕਿ ਤੁਸੀਂ ਇਕੱਲੇ ਹੋ, ਅਸੀਂ ਤੁਹਾਡੇ ਸਾਰੇ ਨਾਲ ਹੈ, ਸਰਕਾਰ ਤੁਹਾਡੇ ਨਾਲ ਹੈ, ਉਹਨਾਂ ਦੇ ਸੰਗੀ ਸਾਥੀ ਨਾਲ ਨੇ, ਮਹਾਰਾਜ ਜੀ ਦਾ ਹੱਥ ਆਸ਼ੀਰਵਾਦ ਤੁਹਾਡੇ ਸਿਰ ਤੇ ਹੈ। ਤਗੜੇ ਹੋ ਕੇ ਉਹਨਾਂ ਦੀ ਜ਼ਿੰਮੇਵਾਰੀ ਆਪਾਂ ਢਿੱਲੀ ਨਹੀਂ ਪੈਣ ਦੇਣੀ। ਜੋ ਵੀ ਮੈਂ ਕਿਤੇ ਆਵਾਂਗਾ ਬਾਬਾ ਜੀ ਨਾਲ ਸਲਾਹ ਮਸ਼ਵਰਾ ਕਰਾਂਗੇ, ਕਿਹੜੀ ਸੰਸਥਾ ਕਿਵੇਂ ਹਰ ਇੱਕ ਆਪਾਂ ਘਾਟ ਨੂੰ ਪੂਰੀਆਂ ਕਰਨਾ ਹੈ। ਔਰ ਮੈਂ ਪੰਜਾਬ ਸਰਕਾਰ ਦੇ ਵੱਲੋਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ, ਆਪਣੇ ਬੜੇ ਵੀਰ ਵਿਨੋਦ ਪ੍ਰਧਾਨ ਜੀ, ਸ਼ਹੀਦ ਵਿਨੋਦ ਪ੍ਰਧਾਨ ਜੀ ਨੂੰ, ਸਾਰੀ ਸੰਗਤ ਵੱਲੋਂ, ਸਰਕਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ, ਖਿਮਾ ਦਾ ਜਾਚਕਾ ਔਰ ਵਿਸ਼ਵਾਸ ਦਿਵਾਉਂਦਾ ਹੈ। ਕਈ ਲੋਕ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ ਕਿ ਪ੍ਰਧਾਨ ਜੀ ਦੇ ਜਾਣ ਨਾਲ ਪਤਾ ਨਹੀਂ ਕੋਈ ਸਾਡੀ ਬਾਂਹ ਫੜੇਗਾ ਕਿ ਨਹੀਂ ਫੜੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਐਸੇ ਪ੍ਰਬੰਧ ਕੀਤੇ ਜਾਣ ਕਿ ਉਹਨਾਂ ਦੀ ਘਾਟ ਕਿਤੇ ਰੜਕੇ ਨਾ। ਔਰ ਪ੍ਰਮਾਤਮਾ ਕਿਰਪਾ ਕਰੇ, ਨਿਸ਼ਚੈ ਵਾਚਕ ਉਸ ਵਰਗਾਂ ਵਿੱਚ ਗਏ ਹੋਣਗੇ, ਕੋਈ ਸ਼ੱਕ ਸ਼ੁਬਾ ਦੀ ਗੁੰਜਾਇਸ਼ ਨਹੀਂ, ਕਿਉਂਕਿ ਜਿੰਨੇ ਉਹਨਾਂ ਨੇ ਧਰਮ ਕਰਮ ਦੇ ਕੰਮ ਕੀਤੇ ਨੇ ਉਹ ਨਿਸ਼ਚੈ ਵਾਚਕ ਪ੍ਰਮਾਤਮਾ ਨੇ, ਹੋ ਸਕਦਾ ਉੱਥੇ ਵੀ ਚੰਗੀ ਮੈਨੇਜਮੈਂਟ ਕਰਦੇ ਹੋਣ, ਉੱਥੇ ਵੀ ਜਾ ਕੇ ਪ੍ਰਬੰਧ ਪ੍ਰਧਾਨ ਜੀ ਨੇ ਸੰਭਾਲਿਆ ਹੋਊਗਾ। ਸ਼ਾਇਦ ਧਰਮਰਾਜ ਨੇ ਸਾਰੇ ਕੰਮ ਹੀ ਦੇਤੇ ਹੋਣਗੇ, ਪ੍ਰਧਾਨ ਜੀ ਤੁਸੀਂ ਸੰਭਾਲੋ, ਤੁਹਾਡੇ ਤੋਂ ਵੱਡਾ ਮੈਨੇਜਰ ਕੋਈ ਨਹੀਂ ਹੋ ਸਕਦਾ। ਪਰਮਾਤਮਾ ਕਿਰਪਾ ਕਰੇ, ਉਹਨਾਂ ਦੇ ਪਰਿਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਕਿਉਂਕਿ ਜਿਹੜੀ ਚੀਜ਼ ਸਾਡੇ ਕੋਲੋਂ ਖੁੱਸ ਗਈ ਹੈ ਉਹ ਚੀਜ਼ ਵਾਪਸ ਨਹੀਂ ਆਉਣੀ। ਜਿਹੜਾ ਵੈਕਿਊਮ ਕ੍ਰੀਏਟ ਹੋ ਗਿਆ ਹੈ ਉਹਦਾ ਬਦਲ ਕੋਈ ਨਹੀਂ। ਜਿਸ ਥਾਂ ਤੇ ਉਹ ਖਲੋਤੇ ਸਨ, ਬੈਠੇ ਸਨ, ਉਹ ਜਗ੍ਹਾ ਕੋਈ ਲੈ ਨਹੀਂ ਸਕਦਾ। ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਜੇ ਯਤਨ ਕਰੀਏ ਉਹਨਾਂ ਦੀਆਂ ਸੇਵਾਵਾਂ ਨੂੰ ਪੂਰੀਆਂ ਕਰਨ ਵਾਸਤੇ, ਤਾਂ ਸ਼ਾਇਦ ਪਰਮਾਤਮਾ ਕਿਰਪਾ ਕਰੇਗਾ। ਇਕੱਲੇ ਦੇ ਬੰਦੇ ਦੇ ਵੱਸ ਦੀ ਗੱਲ ਨਹੀਂ। ਸੋ ਮੈਂ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹੋਇਆ 2 ਮਿੰਟ ਵਾਸਤੇ ਮੈਂ DC ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਆਣ ਕੇ ਸ਼ਰਧਾ ਦੇ ਫੁੱਲ ਭੇਟ ਕਰਨ। DC ਸਰਦਾਰ ਕੁਲਵੰਤ ਸਿੰਘ ਜੀ, ਸਾਡੇ ਤਰਨਤਾਰਨ ਜ਼ਿਲ੍ਹੇ ਦੇ DC ਸਾਹਿਬ।